श्री वाहिगुरु साहिब जी। नस वंजहो किल विखो करता घर आया। दूतै है दहन भया गोबिंद प्रगटाया। मन चाओ भया प्रभ आगम सुनिया। हर मंगल गाओ सखी गृह मंदिर बनिया। हर गाओ मंगल नित सखीए सोग दुख ना व्यापे। गुर चरण लागे दिन सुभागे अपना पिर जापे। तेरा अंत न जाई लखिया अकाथ न जाई हर कथया। नानक जिन को सतगुर मिलिया तिनका लेखा निबड़िया। नानक जिन को सतगुर मिलिया तिनका लेखा निबड़िया। सतनाम श्री वाहिगुरु साहिब जी। सूही महला चौथा। हर पहलड़ी लाव पर विरति कर्म दिरड़ाया बल राम जियो। बाणी ब्रह्मा वेद धर्म दृढ़ हो पाप तजाया बल राम जियो। हर पहलड़ी लाव पर विरति कर्म दिरड़ाया बल राम जियो। बाणी ब्रह्मा वेद धर्म दृढ़ हो पाप तजाया बल राम जियो। परम सन्मान सत्कार जोग चवर छतर तख्त दे मालक सतगुरु ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਧੰਨ ਗੁਰੂ
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਵੱਲੋਂ ਵਰੋਸਾਏ ਹੋਏ ਪਵਿੱਤਰ ਨਗਰ ਗੁਰੂ ਕਾ ਲਾਹੌਰ ਵਿਖੇ ਸੁਭਾਏਮਾਨ ਗੁਰੂ ਪਿਆਰੀ ਗੁਰੂ ਸਵਾਰੀ ਖਾਲਸਾ ਸਾਧ ਸੰਗਤ ਜੀ, ਸਾਡੇ ਹਿਰਦਿਆਂ ਦੇ ਵਿੱਚ ਇਹ ਗੱਲ ਭਲੀ ਭਾਂਤੀ ਵਿਦਿਤ ਹੈ ਕਿ ਅਸੀਂ ਅੱਜ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਵਿਆਹ ਪੁਰਬ ਸਮਾਗਮਾਂ ਦੇ ਅੰਦਰ ਹਾਜ਼ਰੀਆਂ ਭਰ ਰਹੇ ਹਾਂ। ਪਰ ਤੁਸੀਂ ਦੁਨੀਆਦਾਰੀ ਦੇ ਵਿੱਚ ਵਿਚਰਨ ਵਾਲੇ ਹੋ, ਜਿੰਨੇ ਅਵੇਸਲੇ ਹੋ ਕੇ ਅਸੀਂ ਸਤਿਗੁਰੂ ਸਾਹਿਬ ਜੀ ਦੇ ਆਨੰਦ ਕਾਰਜ ਦੇ ਉੱਪਰ ਹਾਜ਼ਰੀਆਂ ਭਰ ਰਹੇ ਹਾਂ, ਇੰਨੇ ਅਵੇਸਲੇ ਹੋ ਕੇ ਅਸੀਂ ਕਿਸੇ ਦੁਨਿਆਵੀ ਜੋ ਰਿਸ਼ਤੇਦਾਰ ਹੁੰਦਾ ਉਸ ਦੇ ਆਨੰਦ ਕਾਰਜ ਦੇ ਉੱਪਰ ਵੀ ਹਾਜ਼ਰੀਆਂ ਨਹੀਂ ਭਰਦੇ। ਪਰਸੋਂ ਹੀ ਇੱਕ ਮਹਾਂਪੁਰਸ਼ ਸੁਭਾਗ ਹੋਇਆ ਉਹਨਾਂ ਦੀ ਸੰਗਤ ਦੇ ਵਿੱਚ ਬੈਠਣ ਦਾ। ਉਹਨਾਂ ਨੇ ਬਚਨ ਕਿਹਾ ਸੀ ਕਿ ਉਸ ਸਿੱਖ ਦੇ ਸਾਰਿਆਂ ਦੇ ਨਾਲੋਂ ਮਾੜੇ ਕਰਮ ਹਨ ਜਿਹੜਾ ਸੰਗਤ ਦੇ ਵਿੱਚ ਬੈਠ ਕੇ ਰਜਾਈ ਦਾ ਲਿਗ ਪਾਲਦਾ, ਉਹਦੇ ਨਾਲੋਂ ਵੱਡੀ ਬਦਕਿਸਮਤੀ ਕਿਸੇ ਦੀ ਨਹੀਂ। ਮੈਂ ਕਿਸੇ ਨੂੰ ਲਾ ਕੇ ਗੱਲ ਨਹੀਂ ਕਹਿੰਦਾ, ਮਾਫ ਕਰਿਓ, ਗੁਰੂ ਘਰਾਂ ਦੇ ਵਿੱਚ ਆਣ ਕੇ ਅਸੀਂ ਸੌਣ ਵਾਸਤੇ ਜਗ੍ਹਾ ਭਾਲਦੇ ਹਾਂ ਕਿ ਕਿੱਥੇ ਸੌਣਾ। ਆਪਣੇ ਕੰਮ ਕਾਜ ਵੀ ਛੱਡੇ, ਪਰਿਵਾਰ ਦੇ ਨਾਲੋਂ ਦੂਰ ਆਣ ਕੇ ਵੀ ਬੈਠੇ, ਪਰ ਸਾਨੂੰ ਜੇ ਇੱਥੇ ਆਉਣ ਦਾ ਮਕਸਦ ਹੀ ਪਤਾ ਨਾ ਲੱਗਾ ਤਾਂ ਸਾਡਾ ਇਹ ਮਨਾਏ ਹੋਏ ਦਿਹਾੜੇ, ਇਹ ਮਨਾਏ ਹੋਏ ਸਮਾਗਮ ਕਿਸ ਲੇਖੇ ਦੇ ਵਿੱਚ। ਇੱਕ ਅਦੀਬ ਦਾ ਬੜਾ ਪਿਆਰਾ ਬਚਨ ਹੈ, ਉਹ ਕਹਿੰਦਾ ਜਿਨ ਕੀ ਯਾਦੇ ਮਨਾਤੇ ਹੋ ਉਨਕੀ ਬਾतें भी मानो, बातें मानोगे तो यादें मनाई सहली। ਅਸੀਂ ਅੱਜ ਦਾ ਦਿਹਾੜਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਵਿਆਹ ਪੁਰਬ ਦੇ ਸਮਾਗਮਾਂ ਦੇ ਵਿੱਚ ਬੈਠੇ ਹੋਏ ਕਿ ਜਿਵੇਂ ਅਸੀਂ ਵਿਆਹ ਪੁਰਬ ਮਨਾ ਰਹੇ ਹਾਂ, ਸਤਿਗੁਰੂ ਨੇ ਸਾਨੂੰ ਇਵੇਂ ਮਨਾਉਣ ਵਾਸਤੇ ਕਿਹਾ ਸੀ। ਸਾਰੇ ਹੀ ਆਪਾਂ ਘਰਾਂ ਤੋਂ ਕਹਿ ਕੇ ਚੱਲੇ ਆ ਕਿ ਅਸੀਂ ਸਤਿਗੁਰੂ ਦੇ ਆਨੰਦ ਕਾਰਜ ਵਿਆਹ ਵੇਖਣ ਦੇ ਵਾਸਤੇ ਜਾ ਰਹੇ ਹਾਂ, ਪਰ ਭਲਿਓ ਬਦਕਿਸਮਤੀ ਸਾਡੀ ਸੋਚ ਕੇਵਲ ਤੇ ਕੇਵਲ ਖਾਣ ਤੱਕ ਸੀਮਤ ਹੈ, ਖਾਣ ਤੱਕ। ਸਿੱਖ ਦਾ ਜੀਵਨ ਐਸਾ ਨਹੀਂ ਹੈ। ਧੰਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਰਚਨਾ ਹੀ ਪੜੋ ਤਾਂ ਉਸ ਪਵਿੱਤਰ ਰਚਨਾ ਦੇ ਵਿੱਚ ਗੁਰੂ ਕੇ ਸਿੱਖ ਦਾ ਜੀਵਨ ਕਥਨ ਕੀਤਾ ਹੈ ਕਿ ਗਿਆਨਹਿ ਕੀ ਵੱਢਣੀ ਮਨਹੁ ਹਾਥ ਲੈ, ਕਾਤਰਤਾ ਕੁਤਵਾਰ ਬਹਾ। ਗੁਰੂ ਕੇ ਸਿੱਖ ਨੂੰ ਜਿੱਥੋਂ ਗਿਆਨ ਦਾ ਝਾੜੂ ਮਿਲੇ ਨਾ, ਗਿਆਨ ਦਾ ਝਾੜੂ ਉਹਨੂੰ ਹੱਥ ਦੇ ਵਿੱਚ ਫੜ ਲੈ। ਤੇ ਝਾੜੂ ਤੋਂ ਅਸੀਂ ਕਿਸ ਕਰਮ ਦੇ ਵਾਸਤੇ ਵਰਤਦੇ ਆਂ? ਜਿੱਥੇ ਕੂੜਾ ਪਿਆ ਹੋਵੇ, ਕਰਕਟ ਪਿਆ ਹੋਵੇ, ਗੰਦਗੀ ਪਈ ਹੋਵੇ, ਉਸ ਤੋਂ ਸਾਫ਼ ਕਰਦੇ ਆਂ। ਧੰਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਕਹਿੰਦੇ, ਸਿੱਖਾ ਤੇਰੇ ਹੱਥ ਦੇ ਵਿੱਚ ਵੀ ਜਿੱਥੇ ਗਿਆਨ ਦਾ ਝਾੜੂ ਤੈਨੂੰ ਪ੍ਰਾਪਤ ਹੁੰਦਾ ਹੋਵੇ ਨਾ, ਉਹਨੂੰ ਹੱਥ ਦੇ ਵਿੱਚ ਪਕੜ। ਉਹ ਝਾੜੂ ਤੇਰੇ ਜੀਵਨ ਦੇ ਵਿੱਚ ਇੰਨਾ ਕੰਮ ਆਵੇਗਾ ਜਿਵੇਂ ਧਰਤੀ ਦੇ ਉੱਪਰ ਝਾੜੂ ਫੇਰਦੇ ਆ, ਸਾਰਾ ਕੂੜਾ ਇਕੱਤਰ ਹੋ ਜਾਂਦਾ ਹੈ, ਸਾਫ਼ ਜਗ੍ਹਾ ਬਣ ਜਾਂਦੀ ਹੈ। ਐਵੇਂ ਤੇਰੇ ਜੀਵਨ ਨੂੰ ਵੀ ਜਨਮਾਂ ਜਨਮਾਤਰਾਂ ਦੀਆਂ ਮੈਲਾਂ ਲੱਗੀਆਂ ਹੋਈਆਂ। ਯਾਦ ਰੱਖੀ, ਜੇ ਗੁਰੂ ਦਾ ਬਖਸ਼ਿਸ਼ ਕੀਤਾ ਹੋਇਆ ਗਿਆਨ ਰੂਪੀ ਝਾੜੂ ਤੇਰੇ ਕੋਲ ਹੋਇਆ, ਤੇਰੇ ਪਾਸ ਹੋਇਆ,
ਕਿ ਉਹ ਲੱਗੀਆਂ ਹੋਈਆਂ ਜਨਮਾਂ ਜਨਮਾਤਰਾਂ ਦੀਆਂ ਮੈਲਾਂ ਉਹ ਤੇਰੇ ਜੀਵਨ ਦੇ ਵਿੱਚੋਂ ਧੋ ਦੇਵੇਗਾ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਦਾ ਇੱਕ ਪਵਿੱਤਰ ਸ਼ਬਦ ਹੈ। ਮਹਾਰਾਜ ਕਹਿੰਦੇ ਤੀਰਥ ਨਾਵਨ ਜਾਓ, ਤੀਰਥ ਨਾਮ ਹੈ, ਤੀਰਥ ਸ਼ਬਦ ਗਿਆਨ ਅੰਤਰ ਗਿਆਨ। ਜਿਹੜਾ ਤੀਰਥ ਅਸਲ ਦੇ ਵਿੱਚ ਜੀਵਨ ਆਪਣਾ ਪਵਿੱਤਰ ਕਰਨਾ ਚਾਹੁੰਦਾ ਹੈ, ਜੇ ਉਸ ਦੇ ਜੀਵਨ ਦੇ ਵਿੱਚ ਸ਼ਬਦ ਦੀ ਵਿਚਾਰ ਔਰ ਉਸ ਵਿਚਾਰ ਦੇ ਆਸਰੇ ਜੀਵਨ ਦੇ ਵਿੱਚ ਗਿਆਨ ਪ੍ਰਾਪਤ ਹੋ ਜਾਵੇ ਨਾ, ਤੇ ਜੀਵਨ ਦੇ ਵਿੱਚੋਂ ਸਾਰਾ ਅਗਿਆਨ, ਜੀਵਨ ਦੇ ਵਿੱਚੋਂ ਸਾਰੀਆਂ ਮੈਲਾਂ ਖਤਮ ਹੋ ਜਾਣਗੀਆਂ। ਸਨਾਤਨ ਮਤ ਦੀ ਗੁਰਸਿੱਖੋ ਇੱਕ ਰਵਾਇਤ ਹੈ, ਉਹ ਕਹਿੰਦੇ ਹਨ ਕਿ ਜਿਹੜਾ ਬੰਦਾ ਸਾਰੀ ਉਮਰ ਪਾਪ ਕਰਦਾ ਰਵੇ ਤੇ ਸਾਲ ਬਾਅਦ ਇੱਕ ਵਾਰ ਗੰਗਾ ਦੇ ਉੱਪਰ ਨਹਾਵੇ, ਉਸ ਦੇ ਪਾਪ ਲੱਥ ਜਾਂਦੇ। ਸਾਡਾ ਧਰਮ ਨਹੀਂ ਇਹ ਗੱਲ ਕਹਿੰਦਾ, ਇਹ ਸਨਾਤਨ ਮਤ ਜਿਹਨੂੰ ਆਪਾਂ ਹਿੰਦੂ ਮਤ ਕਹਿ ਦਿੰਦੇ, ਉਹਨਾਂ ਦੀ ਵਿਚਾਰਤਾ। ਪਰ ਭਲਿਓ, ਜਿਹੜਾ ਪਾਪ ਹੀ ਗੰਗਾ ਦੇ ਉੱਪਰ ਜਾ ਕੇ ਹੋਵੇ ਉਹ ਕਿਤੇ ਬਖਸ਼ਿਆ ਜਾਵੇਗਾ? ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਬੈਠ ਕੇ ਆਪਣੀਆਂ ਦੁਨਿਆਵੀ ਗੱਲਾਂ ਕਰਨੀਆਂ, ਇਸ ਦੇ ਨਾਲ ਉਸ ਸੰਸਾਰ ਦੇ ਵਿੱਚ ਵੱਡਾ ਮਹਾਂ ਪਾਪ ਨਹੀਂ। ਤੇ ਅਸੀਂ ਉਹਨਾਂ ਨੂੰ ਵੱਧ ਤੋਂ ਵੱਧ ਤਰਜੀਹ ਦਿੰਦੇ ਆ। ਇਹਨੇ ਸਤਿਕਾਰਤ ਜਥੇ ਸਾਡੇ ਪੰਥ ਦੇ ਆਣ ਕੇ ਸਾਨੂੰ ਸਤਿਗੁਰੂ ਸਾਹਿਬ ਜੀ ਦੇ ਵਿਆਹ ਪੁਰਬ ਦੀਆਂ ਗਾਥਾਵਾਂ ਸੁਣਾ ਰਹੇ ਹਨ। ਸਾਡੇ ਜੀਵਨ ਦੇ ਉੱਪਰ ਉਹਨਾਂ ਦਾ ਅਸਰ ਹੀ ਕੋਈ ਨਹੀਂ। ਸੋ ਅਸੀਂ ਜੇ ਇੱਥੇ ਆਏ ਆ ਸੌਣ ਦੇ ਵਾਸਤੇ, ਤੇ ਇੱਥੇ ਨਾਲੋਂ ਬੜਾ ਸੁੱਖ ਘਰ ਦੇ ਵਿੱਚ ਸੀ ਆਪਣਾ। ਘੱਟ ਤੋਂ ਘੱਟ ਗਰੀਬ ਤੋਂ ਗਰੀਬ ਉਸ ਦੇ ਪਾਸ ਮੰਜਾ, ਉਸ ਦੇ ਉੱਪਰ ਤਲਾਈ ਤੇ ਸੋਹਣੀ ਰਜਾਈ ਤੇ ਉਸ ਦੇ ਪਾਸ ਹੈ, ਪਰ ਇੱਥੇ ਆਪਾਂ ਨੂੰ ਪੁੰਜੇ ਸੌਣਾ ਪੈ ਰਿਹਾ। ਗੁਰੂ ਘਰ ਇਹ ਨਾ ਕਦੀ ਸੋਚ ਲੈ ਕੇ ਜਾਇਓ ਕਿ ਅਸੀਂ ਗੁਰੂ ਘਰ ਸੌਣਾ ਕਿਹੜੀ ਜਗ੍ਹਾ ਦਿਓ। ਹਾਂ, ਸਰੀਰ ਨੂੰ ਆਰਾਮ ਦੀ ਲੋੜ ਹੁੰਦੀ ਹੈ, ਪਰ ਜਿਹੜਾ ਬੇਫਜ਼ੂਲਾ ਆਰਾਮ ਹੈ ਨਾ, ਇੱਕ ਮੈਂ ਵਿਦਾਤਕ ਗ੍ਰੰਥ ਪੜ੍ਹਿਆ ਸੀ, ਦੁਨੀਆ ਦੇ ਵਿੱਚ ਹਰੇਕ ਬੰਦਾ ਆਪਣੀ ਲੰਮੀ ਆਯੂ ਦੀ ਦੁਆ ਆਪਣੇ ਧਾਰਮਿਕ ਸਥਾਨਾਂ ਤੇ ਕਰਦੇ ਕਿ ਮਹਾਰਾਜ ਸਰੀਰ ਨੂੰ ਤੰਦਰੁਸਤੀ ਤੇ ਲੰਮੀ ਆਯੂ ਬਖਸ਼ੇ। ਸਾਡਾ ਜਿਹੜਾ ਜੀਵਨ ਹੈ ਸਾਡੇ ਸਾਹਾਂ ਤੇ ਖਲੋਤਾ ਹੈ। ਜਦੋਂ ਸਾਹਾਂ ਦੀ ਡੋਰ ਟੁੱਟੀ, ਉਸੇ ਵੇਲੇ ਸਾਡਾ ਜਿਹੜਾ ਜੀਵਨ ਹੈ ਉਹ ਸਮਾਪਤ ਹੋ ਜਾਵੇਗੀ। ਇਸ ਦੀ ਜੀਵਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਨੂੰ ਪੜੋ। ਇਸ ਦੇ ਵਿੱਚ ਵੀ ਇਹ ਬਚਨ ਤੇ ਉਹ ਵਿਦਵਾਨ ਕਹਿੰਦਾ ਬੈਠਤ 12 ਚਲਤ 18 ਸੋਵਤ ਚਾਲਹਿ 30 ਮੈਥੁਨ ਕਰਤੇ 64 ਚਾਲਹਿ ਕਿਉਂ ਨਾ ਭਜੇ ਜਗਤ। ਬੰਦਾ ਇੱਕ ਜਗ੍ਹਾ ਦੇ ਉੱਪਰ ਬੈਠਾ ਹੋਇਆ ਹੈ, ਜਿੰਨੇ ਸਮੇਂ ਦੇ ਵਿੱਚ 12 ਸਾਹ ਚੱਲਣੇ ਨਾ, ਤੇ ਜੇ ਉਹ ਲੰਮੇ ਸੌਂ ਜਾਵੇ ਉਹਨੇ ਸਮੇਂ ਦੇ ਵਿੱਚ ਉਹਦੇ 30 ਸਾਹ ਨਿਕਲਦੇ ਆ। ਜੇ ਚੱਲਦਿਆਂ ਹੋਇਆਂ ਉਸ ਦੇ ਉਹਨੇ ਸਮੇਂ ਦੇ ਵਿੱਚ 18 ਸਾਹ ਨਿਕਲਦੇ ਆ। ਵਿਕਾਰ ਭੋਗਦਿਆਂ ਹੋਇਆਂ ਉਸ ਦੇ ਸਰੀਰ ਦੇ ਵਿੱਚੋਂ 64 ਸਾਹ ਨਿਕਲਦੇ ਆ। ਤੇ ਸਾਹਾਂ ਦੀ ਡੋਰ ਹੈ ਇਸ ਸਰੀਰ ਦੇ ਵਿੱਚ, ਐਵੇਂ ਕਹਿ ਲਈਏ ਸਰੀਰ ਘੜਾ ਹੈ ਤੇ ਸਵਾਸਾਂ ਦਾ ਪਾਣੀ ਹੈ। ਹੁਣ ਜਿਵੇਂ ਜਿਵੇਂ ਕੱਢਾਂਗੇ ਉਵੇਂ ਤੇ ਖਤਮ ਹੋਣਾ ਹੀ ਹੈ। ਇਸ ਘਰ ਦੇ ਵਿੱਚ ਆਣ ਕੇ ਆਪਾਂ ਲੰਮੀ ਉਮਰ ਦੀ ਦੁਆ ਕਰਦੇ ਆਂ, ਪਰ ਭਲਿਓ ਗੁਰੂ ਦਾ ਗਿਆਨ ਤਾਂ ਅਸੀਂ ਵਿਸਾਰ ਹੀ ਦਿੱਤਾ ਜੀਵਨ ਦੇ ਵਿੱਚ। ਇਸ ਵਾਸਤੇ ਮੈਂ ਇਹ ਬੇਨਤੀ ਕਥਾ ਦੀ ਪ੍ਰਾਰੰਭਤਾ ਤੋਂ ਪਹਿਲੋਂ ਕੀਤੀ। ਅਜੇ ਨੀਂਦ ਮੇਰੇ ਹਿਸਾਬ ਦੇ ਨਾਲ ਕਿਸੇ ਦੇ ਅੱਖਾਂ ਦੇ ਵਿੱਚ ਨਹੀਂ, ਕਿਉਂਕਿ ਅੰਮ੍ਰਿਤ ਵੇਲੇ ਦੇ ਤਕਰੀਬਨ ਅਸੀਂ 5 ਵਜੇ ਦੇ ਜਾਗੇ ਹੋਏ ਆ। ਸਾਰਾ ਦਿਨ ਅੱਜ ਸਾਡੇ ਵਿਦਿਆਲੇ ਦੇ ਵਿੱਚ ਅਜਨਾਲੇ ਵਿਖੇ ਗੁਰਮਤਿ ਸਮਾਗਮ ਸੀ। ਸ਼ਹੀਦਾਂ ਦੀ ਯਾਦ ਦੇ ਵਿੱਚ ਸਾਰਾ ਦਿਨ ਉੱਥੇ ਸਮਾਗਮ ਦੇ ਵਿੱਚ ਰਹੇ। 5:30 ਵਜੇ ਉੱਥੇ ਤੁਰੇ ਆ ਤੇ ਤਕਰੀਬਨ 9 ਵਜੇ ਅਸੀਂ ਇੱਥੇ ਪਹੁੰਚੇ। ਨੀਂਦ ਤਾਂ ਅਜੇ ਸਾਨੂੰ ਨਹੀਂ ਆ ਰਹੀ, ਅਸੀਂ ਸਾਰਾ ਦਿਨ ਤੁਰਦੇ ਫਿਰਦੇ ਰਹੇ। ਵੇਲਿਆਂ ਨੂੰ 9:30 ਵਜੇ ਕਿੱਥੋਂ ਨੀਂਦ ਆ ਜਾਂਦੀ ਹੈ। ਇਸ ਵਾਸਤੇ ਗੁਰੂ ਘਰ ਦੇ ਵਿੱਚ ਆਣ ਕੇ ਸੌਣ ਦਾ ਨਾ ਸੋਚਿਆ ਕਰੋ ਕਿ ਅਸੀਂ ਦਵਾ ਦਵ ਸੌਂ ਲਈਏ। ਗੁਰੂ ਘਰ ਦੇ ਵਿੱਚ ਆਣ ਕੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਮਿਲ ਸਾਧ ਸੰਗਤ
ਭਜ ਕੇਵਲ ਨਾਮ। ਤੇ ਪੁੱਛੀਏ ਮਹਾਰਾਜ ਕਿਉਂ? ਸਾਹਿਬ ਕਹਿੰਦੇ ਸਰੰਗ ਜਾਮ ਲਾਗ ਭਵਜਲ ਤਰਨ ਕੈ ਜਨਮ ਬ੍ਰਿਥਾ ਜਾਤ ਰੰਗ। ਜੇ ਆਈ ਗਿਆ ਸਤ ਸੰਗਤ ਦੇ ਵਿੱਚ ਗੁਰੂ ਦੀਆਂ ਗਥਾਵਾਂ ਸੁਣ, ਰਸਨਾ ਤੋਂ ਵਾਹਿਗੁਰੂ ਕਹਿ, ਤੇਰੇ ਜੀਵਨ ਦਾ ਭਲਾ ਹੋਵੇ। ਤੇ ਜੇ ਪੁੱਛੀਏ ਮਹਾਰਾਜ ਕਿਉਂ? ਸਤਿਗੁਰੂ ਕਹਿੰਦੇ ਇਹੋ ਹੀ ਯਤਨ ਹੈ ਸੰਸਾਰ ਤੋਂ ਤਰਨ। ਹੋਰ ਜਿੰਨੇ ਮਰਜੀ ਸੰਸਾਰ ਦੇ ਕਰਮ ਕਰੀ, ਪਾਠ ਪੜਿਓ ਅਰ ਵੇਦ ਵਿਚਾਰਿਓ, ਨਿਵਲ ਭੁੰਗਮ ਸਾਧੇ ਪੰਚ ਜਨਾ ਸਿਓ ਸੰਗ ਨਾ ਛੁਟਕਿਓ, ਅਧਿਕ ਅੰਗ ਬੁੱਧ ਬਾਧੇ ਪਿਆਰੇ ਇਨ ਬਿਦ ਮਿਲਨ ਨਾ ਜਾਈ। ਮੈਂ ਕੀਏ ਕਰਮ ਅਨੇਕਾ ਹਾਰ ਪਰਿਓ ਸੁਆਮੀ ਕੇ ਦੁਆਰੇ ਦੀਜੈ ਬੁੱਧ ਬੁਭਿਓ। ਇਸ ਵਾਸਤੇ ਭਲਿਓ ਅਸੀਂ ਗੁਰੂ ਘਰਾਂ ਦੇ ਵਿੱਚ ਆਉਨੇ ਆ ਤੇ ਖਿਆਲ ਰੱਖਿਆ ਕਰੋ ਕਿ ਸਾਨੂੰ ਗੁਰਮਤਿ ਦੀ ਜਿਹੜੀ ਗੂੜ ਗੁੜਤੀ ਹੈ ਉਸ ਦੀ ਪ੍ਰਾਪਤੀ ਹੋ ਜਾਵੇ, ਜਿਸ ਦੇ ਨਾਲ ਸਾਡੇ ਜੀਵਨ ਦਾ ਭਲਾ ਹੁੰਦਾ। ਆਓ ਦਾਸ ਨੂੰ ਹੁਕਮ ਹੋਇਆ ਹੈ ਕਿ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਵੱਲੋਂ ਪਵਿੱਤਰ ਰਸਨਾ ਦੇ ਦੁਆਰਾ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੀ ਧਰਤੀ ਦੇ ਉੱਪਰ ਜਿੱਥੇ ਦੁੱਖ ਭੰਜਨੀ ਬੇਰ ਸਾਹਿਬ ਹੈ, ਉਸ ਦੇ ਹੇਠਾਂ ਬੈਠ ਕੇ ਸਤਿਗੁਰੂ ਸਾਹਿਬ ਜੀ ਨੇ 4 ਲਾਵਾਂ ਉਚਾਰੀਆਂ। ਜਦੋਂ ਅਸੀਂ ਆਨੰਦ ਕਾਰਜ ਕਰਦੇ ਹਾਂ, ਬੇਸ਼ੱਕ ਅਸੀਂ ਹੋਰ ਜਿੰਨੇ ਮਰਜੀ ਵਿਆਹ ਦੇ ਵਿੱਚ ਕੁਕਰਮ ਕਰੀ ਜਾਈਏ, ਬਦ ਫੈਲੀਆਂ ਕਰੀਏ, ਪਰ ਉਹਨਾਂ ਚਿਰ ਸਾਡਾ ਵਿਆਹ ਸੰਪੰਨ ਨਹੀਂ ਹੁੰਦਾ ਜਿੰਨਾ ਚਿਰ ਤੱਕ ਇਹ 4 ਲਾਵਾਂ ਦਾ ਪਾਠ ਕਰਕੇ ਸਤਿਗੁਰੂ ਸਾਹਿਬ ਜੀ ਦੀਆਂ 4 ਪ੍ਰਕਰਮਾਂ ਜਿਹੜੀ ਜੋੜੀ ਹੈ ਉਹ ਕਰ ਨਹੀਂ ਲੈਂਦੇ। ਕੀ ਮਹਿਨਾ ਹੈ ਇਹਨਾਂ ਲਾਵਾਂ ਦਾ? ਕਿਉਂ ਸਤਿਗੁਰੂ ਸਾਹਿਬ ਜੀ ਨੇ ਉਚਾਰਨ ਕੀਤੀਆਂ ਔਰ ਸਾਡੇ ਜੀਵਨ ਦੇ ਇੱਕ ਗੰਢ ਬੰਨ੍ਹਤੀ ਕਿ ਗੁਰਸਿੱਖਾ ਇਹਨਾਂ 4 ਲਾਵਾਂ ਨੂੰ ਜੇ ਤੂੰ ਧਿਆਨ ਦੇ ਨਾਲ ਸੁਣੇਗਾ, ਇਹਦੀ ਵਿਚਾਰ ਜੀਵਨ ਦੇ ਵਿੱਚ ਵਸਾ ਲਵੇਂਗਾ ਤੇ ਆਉਣ ਵਾਲਾ ਤੇਰਾ ਜਿਹੜਾ ਗ੍ਰਸਥ ਜੀਵਨ ਹੈ ਉਹ ਸੌਖਾ ਹੋ ਜਾਵੇਗਾ। ਆਓ ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਸਰਬੱਤ ਸੰਗਤ ਬੜੇ ਸਾਵਧਾਨ ਤੇ ਇਕਾਗਰ ਹੋ ਕੇ ਜਿਤਨੀ ਕੁ ਸੰਗਤ ਸੁਣ ਰਹੀ ਹੈ, ਪ੍ਰੇਮ ਸਤਿਕਾਰ ਦੇ ਨਾਲ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੀਸ ਝੁਕਾਓ। ਦਾਸ ਨੂੰ ਸਤਿਗੁਰੂ ਸਾਹਿਬ ਜੀ ਦੇ ਬਖਸ਼ਿਸ਼ ਕੀਤੇ ਹੋਏ ਪਾਵਨ ਸ਼ਬਦ ਦੇ ਵਿਚਾਰ ਕਰਨ ਦੀ ਆਗਿਆ ਬਖਸ਼ਿਸ਼ ਕਰੋ। ਸਰਬੱਤ ਸੰਗਤ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਹੀ ਮਹੱਲਾ ਚੌਥਾ। ਹਰ ਪਹਿਲੜੀ ਲਾਵ ਪਰ ਵਿਰਤੀ ਕਰਮ ਦਿਰੜਾਇਆ ਬਲ ਰਾਮ ਜੀਓ। ਇੱਕ ਗੱਲ ਗੁਰਸਿੱਖੋ ਚੇਤੇ ਰੱਖਿਓ, ਦੁਨੀਆ ਦੇ ਜਿਤਨੇ ਵੀ ਧਰਮ ਹਨ ਉਹਨਾਂ ਦੇ ਵਿੱਚ ਕਿਸੇ ਦੇ ਵਿੱਚ ਵਿਆਹ ਕਿਹਾ ਜਾਂਦਾ ਹੈ, ਕਿਸੇ ਦੇ ਵਿੱਚ ਨਿਕਾਹ ਕਿਹਾ ਜਾਂਦਾ ਹੈ, ਕਿਸੇ ਦੇ ਵਿੱਚ ਇਸੇ ਸ਼ਬਦ ਨੂੰ ਮੈਰਿਜ ਕਹਿ ਦਿੰਦੇ ਹਨ, ਕਿਸੇ ਕੌਮ ਦੇ ਵਿੱਚ ਜਾਂ ਕਿਸੇ ਭਾਸ਼ਾ ਦੇ ਵਿੱਚ। ਸਾਡੇ ਧਰਮ ਦੇ ਵਿੱਚ ਇਸ ਨੂੰ ਆਨੰਦ ਸੰਸਕਾਰ ਕਿਹਾ ਜਾਂਦਾ ਹੈ। ਸੰਸਾਰ ਦੇ ਵਿੱਚ ਸਾਰਿਆਂ ਦੇ ਨਾਲੋਂ ਪਹਿਲਾਂ ਸਨਾਤਨ ਮਤ ਸੀ। ਉਸ ਸਨਾਤਨ ਮਤ ਦੇ ਵਿੱਚ 4 ਵਰਨ ਮੰਨੇ ਗਏ, ਖੱਤਰੀ ਬ੍ਰਾਹਮਣ ਸ਼ੂਦਰ ਤੇ ਵੈਸ। ਕਿਉਂਕਿ ਬੜੇ ਧਿਆਨ ਦੇ ਨਾਲ ਇਹ ਕਥਾ ਵਿਚਾਰ ਸੁਣੋਗੇ ਤਾਂ ਤੁਹਾਨੂੰ ਸਮਝ ਆਵੇਗਾ। ਉਹਨਾਂ 4 ਵਰਨਾਂ ਦੇ ਵਿੱਚੋਂ ਅੱਗੇ 4 ਆਸ਼ਰਮ ਨਿਕਲੇ। ਪਹਿਲੇ ਨੰਬਰ ਦੇ ਉੱਪਰ ਸੀ ਬ੍ਰਹਮਚਰਜ ਆਸ਼ਰਮ, ਜਿਹਨੂੰ ਅਸੀਂ ਬ੍ਰਹਮਚਾਰੀ ਕਹਿੰਦੇ ਹਾਂ। ਦੂਸਰੇ ਨੰਬਰ ਦੇ ਉੱਪਰ ਸੀ ਗ੍ਰਸਥ ਆਸ਼ਰਮ, ਜਿਸ ਨੂੰ ਅਸੀਂ ਗ੍ਰਸਤੀ ਕਹਿ ਦਿੰਦੇ ਹਾਂ। ਤੀਸਰੇ ਨੰਬਰ ਦੇ ਉੱਪਰ ਸੀ ਬਾਨਪ੍ਰਸਥ ਆਸ਼ਰਮ, ਜਿਹੜੇ ਜੰਗਲਾਂ ਦੇ ਵਿੱਚ ਲੋਕ ਰਹਿੰਦੇ। ਤੇ ਚੌਥੇ ਦੇ ਨੰਬਰ ਦੇ ਉੱਪਰ ਸੀ ਸੰਨਿਆਸ ਆਸ਼ਰਮ, ਜਿਨ੍ਹਾਂ ਨੂੰ ਅਸੀਂ ਸੰਨਿਆਸੀ ਕਹਿੰਦੇ ਹਾਂ। ਐਵੇਂ ਜਿਹੜਾ ਸਨਾਤਨ ਮਤ ਸੀ ਉਹਨਾਂ ਦਾ ਇਹ ਧਰਮ ਹੈ
कि सारिਆਂ ਦੇ ਨਾਲੋਂ ਪਹਿਲੋਂ ਉਹ ਅੱਗ ਦੇ ਦੁਆਰਾ ਲਾਵਾਂ ਕਰਦੇ ਹਨ। ਅੱਗ ਬਾਲ ਕੇ ਉਸ ਦੇ ਦੁਆਲੇ ਉਹ ਲਾਵਾਂ ਕਰਦੇ ਹਨ। ਜੇ ਨਾ ਹੋਵੇ ਉਹ ਕਹਿੰਦੇ ਬੇਦੀ ਅਭਾਵ ਵਿਪਰਾ, ਇੱਕ ਬ੍ਰਾਹਮਣ ਉਹ ਆਪਣੇ ਆਲੇ ਦੁਆਲੇ 7 ਫੇਰੇ ਕਰਾਉਂਦਾ। ਐਵੇਂ ਨਿਕਾਹ ਕਰ ਲਈਏ ਮੁਸਲਮਾਨੀ ਮਤ ਦੇ ਵਿੱਚ ਉਹਨਾਂ ਦੀ ਇੱਕ ਸ਼ਬਦ ਦੇ ਉੱਪਰ ਗ੍ਰਸਤ ਟਿਕਿਆ ਹੈ ਜਿਸ ਨੂੰ ਉਹ ਕਬੂਲਨਾਮਾ ਕਹਿੰਦੇ। ਇਸੇ ਤਰੀਕੇ ਦੇ ਨਾਲ ਈਸਾਈਅਤ ਮਤ ਦੇ ਵਿੱਚ ਉਹ ਆਪਣੇ ਧਾਰਮਿਕ ਅਸਥਾਨ ਚਰਚ ਦੇ ਵਿੱਚ ਜਾ ਕੇ ਇੱਕ ਦੂਜੇ ਦੇ ਗਲ ਦੇ ਵਿੱਚ ਫੁੱਲਾਂ ਦੀ ਮਾਲਾ ਅਰਪਣ ਕਰਦੇ ਹਨ ਤੇ ਉਹਨਾਂ ਨੂੰ ਮੰਨਿਆ ਜਾਂਦਾ ਹੈ ਅੱਜ ਤੋਂ ਇਹ ਪਤੀ ਪਤਨੀ। ਸਿੱਖ ਧਰਮ ਦੇ ਵਿੱਚ ਸਾਰਿਆਂ ਦੇ ਨਾਲੋਂ ਪਹਿਲਾ ਆਨੰਦ ਕਾਰਜ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਹੋਇਆ। ਪਵਿੱਤਰ ਬਟਾਲੇ ਦੀ ਧਰਤੀ ਹੈ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਦੀ ਜਿਹੜੀ ਬਰਾਤ ਹੈ ਸ੍ਰੀ ਸੁਲਤਾਨਪੁਰ ਲੋਧੀ ਤੋਂ ਚੱਲ ਕੇ ਇੱਥੇ ਗਈ। ਕਿਉਂਕਿ ਸਮਾਂ ਮੇਰੇ ਕੋਲ ਸੀਮਤ ਹੈ, ਸਤਿਗੁਰੂ ਦੇ ਸ਼ਬਦ ਦੀ ਵਿਚਾਰ ਵੀ ਆਪਾਂ ਕਰਨੀ ਹੈ। ਜਦੋਂ ਬਰਾਤ ਬਟਾਲੇ ਪਹੁੰਚਦੀ ਹੈ ਤਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਾਲ ਜਿਤਨੇ ਵੀ ਸਿੱਖ ਜਾਂ ਜਿਤਨੇ ਵੀ ਸਾਧੂ ਲੋਕ ਕੋਈ ਰੱਬ ਦੇ ਪਿਆਰੇ ਆਏ ਤੇ ਉਹਨਾਂ ਨੇ ਆਪਣੇ ਪਰਿਵਾਰ ਵਾਲਿਆਂ ਦੇ ਵਿੱਚ ਜਾ ਕੇ ਤੇ ਇੱਕ ਗੱਲ ਪ੍ਰਚਲਿਤ ਕਰਤੀ ਵੀ ਬੀਬੀ ਚੰਦੋ ਰਾਣੀ ਦੀ ਪੁੱਤਰੀ ਦਾ ਜਿੱਥੇ ਆਨੰਦ ਕਾਰਜ ਹੋਣ ਲੱਗਾ ਹੈ ਸੁਲੱਖਣੀ, ਉਹ ਤੇ ਸਾਧੂ ਹੈ, ਉਹ ਤੇ ਫਕੀਰ ਹੈ। ਹੁਣ ਇੱਥੇ ਆਇਆ ਆਪਾਂ ਇਹ ਵੀ ਨਹੀਂ ਕਹਿ ਸਕਦੇ ਵੀ ਅਸੀਂ ਇਸ ਦੇ ਨਾਲ ਆਪਣੀ ਧੀ ਤੋਰਨੀ ਨਹੀਂ, ਪਰ ਯਤਨ ਦੇ ਨਾਲ ਆਪਾਂ ਇਹਨਾਂ ਨੂੰ ਇੱਥੇ ਮਾਰ ਦਈਏ ਜਿਸ ਦੇ ਨਾਲ ਆਪਣੀ ਧੀ ਦਾ ਖਹਿੜਾ ਇਹਨਾਂ ਕੋਲ ਛੁੱਟ ਜਾਵੇਗਾ। ਯਤਨ ਉਪਚਾਰ ਕੀ ਕੀਤਾ ਕਿ ਇੱਕ ਕੱਚੀ ਕੰਧ ਸੀ, ਉਸ ਕੱਚੀ ਕੰਧ ਦੇ ਕੋਲ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਮੰਜਾ ਢਾਹ। ਮਨ ਦੇ ਵਿੱਚ ਪਾਪ ਆਇਆ ਕਿ ਜਦੋਂ ਮੰਜੇ ਤੇ ਬਹਿਣਗੇ ਕੱਚੀ ਕੰਧ ਨੂੰ ਜ਼ੋਰ ਲਾ ਕੇ ਮਗਰੋਂ ਧੱਕਾ ਦੇਵਾਂਗੇ, ਇਹ ਕੰਧ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਦੇ ਉੱਪਰ ਡਿੱਗ ਪਵੇਗੀ। ਸਤਿਗੁਰੂ ਜੀ ਇਸ ਕੰਧ ਦੇ ਥੱਲੇ ਹੇਠਾਂ ਆਣ ਕੇ ਆਪਣੇ ਪ੍ਰਾਣ ਤਿਆਗ ਦੇਣਗੇ। ਅਸੀਂ ਕਵਾਂਗੇ ਕੱਚੀ ਕੰਧ ਸੀ, ਢੋ ਲਾ ਕੇ ਬੈਠਾ ਹੋਵੇਗਾ, ਉੱਤੇ ਡਿੱਗ ਗਏ ਤਾਂ ਕਰਕੇ ਇਹ ਮਰ ਗਏ। ਪੰਜੇ ਉਂਗਲਾਂ ਕਦੇ ਵੀ ਇੱਕੋ ਜੀਆਂ ਨਹੀਂ ਹੁੰਦੀਆਂ। ਇੱਕ ਸਤਵੰਤੀ ਮਾਈ ਸੀ, ਉਹਨੇ ਜਾ ਕੇ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਨੂੰ ਦੱਸਿਆ, ਵੇ ਪੁੱਤਰ ਨਾਨਕ, ਇਹਨਾਂ ਨੇ ਮਨ ਦੇ ਵਿੱਚ ਪਾਪ ਧਾਰ ਲਿਆ। ਵਿਆਹ ਤਾਂ ਇਹਨਾਂ ਨੇ ਕੀ ਆਪਣੀ ਪੁੱਤਰੀ ਦਾ ਕਰਨਾ ਹੈ, ਪਰ ਤੇਰੇ ਸਿਰ ਦੇ ਉੱਪਰ ਕੰਧ ਸੁੱਟ ਕੇ ਇਹ ਕੱਚੀ ਤੇਰਾ ਜਿੱਥੇ ਮੰਜਾ ਡਿੱਗਾ ਹੈ ਉੱਤੇ ਜਾ ਕੇ ਬਹਿ ਨਾ। ਜੇ ਬਹਿ ਗਿਆ ਤੇ ਕੰਧ ਤੇਰੇ ਉੱਪਰ ਸੁੱਟ ਕੇ ਇਹਨਾਂ ਨੇ ਤੈਨੂੰ ਮਾਰ ਦੇਣਾ, ਕਿਉਂਕਿ ਕੰਧ ਕੱਚੀ ਹੈ, ਛੇਤੀ ਡਿੱਗ ਜਾਵੇਗੀ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਉਸ ਮਾਈ ਨੂੰ ਕਹਿਣ ਲੱਗੇ, ਮੇਰੀਏ ਮਾਈ, ਮੇਰੀਏ ਮਾਈਏ ਫਿਕਰ ਨਾ ਕਰ, ਤੂੰ ਕਹਿੰਦੀ ਇਹ ਕੰਧ ਅੱਜ ਢਹਿ ਜਾਵੇਗੀ। ਇਹ ਕੰਧ ਸਾਡੇ ਵਿਆਹ ਦੀ ਨਿਸ਼ਾਨੀ ਹੈ। ਜਿੰਨਾ ਚਿਰ ਤੱਕ ਸੰਸਾਰ ਤੇ ਮਾਂ ਪਰਲੋ ਨਹੀਂ ਆਉਂਦੀ ਉਹਨਾਂ ਚਿਰ ਤੱਕ ਇਹ ਕੰਧ ਨਹੀਂ ਢਵੇਗੀ, ਬੇਸ਼ੱਕ ਕੱਚੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। हैरान हो गई वो माई। फिर ब्राह्मण सद्या गया कि 7 फेरे कराने, पर इतिहास दे विच वचन है एक मंजी आपां जिन्हों अपनी शब्दावली दे विच पीढ़ी कहने जां पीढ़ा कहने, उस पीढ़ी के उपर एक सुंदर कपड़ा विछा के एक ओंकार तो लैके नानक होसी पी सच तक उत्थे मूल मंत्र लिखिया गया। उस पीढ़ी के उपर रख के महाराज सच्चे पातशाह जी ने उस दियां परिक्रमा कीतियां। इवें आनंद कारज की मर्यादा साडे धर्म दे विच चलदी चलदी ये मर्यादा सतगुरु धन गुरु रामदास महाराज साहब जी का आनंद कारज होया। श्री आनंद साहब जी की बाणी की संपूर्णता पढ़ के धन गुरु श्री गुरु अर्जन देव महाराज साहब जी के आनंद कारज बारे आप सुन चुके हो कि सतगुरु साहब जी का जो आनंद कारज सी दुआबे की धरती के उपर
ਸਤਿਕਾਰਯੋਗ ਮਾਤਾ ਗੰਗਾ ਜੀ ਦੇ ਨਾਲ ਹੋਇਆ। ਇਸੇ ਢੰਗ ਤਰੀਕੇ ਦੇ ਨਾਲ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਜਦੋਂ ਇਹਨਾਂ ਨੇ ਚਿਹਰਾ ਮੋਹਰਾ ਦੇਖਿਆ ਤੇ ਉਹਨਾਂ ਨੇ ਕਿਹਾ ਵੀ ਇਹ ਤੇ ਫਕੀਰ ਹੈ, ਅਸੀਂ ਆਪਣੀ ਧੀ ਇਸ ਗੰਗਾ ਇਸ ਦੇ ਨਾਲ ਤੋਰਦੇ, ਕੀ ਪਤਾ ਸਾਡੇ ਹੱਥ ਕੁਛ ਲੱਗੇ ਜਾਂ ਨਾ ਲੱਗੇ, ਆਪ ਪਤਾ ਨਹੀਂ ਇਹ ਕਿੱਥੋਂ ਖਾਂਦਾ ਹੈ, ਸਾਡੇ ਪਰਿਵਾਰ ਦਾ ਜਾਂ ਮੇਰੀ ਧੀ ਦਾ ਖਿਆਲ ਰੱਖੇ ਜਾਂ ਨਾ ਰੱਖੇ। ਉਹਨਾਂ ਨੇ ਇੱਕ ਵਿਉਂਤ ਬਣਾਇਆ। ਵਿਉਂਤ ਕੀ ਕਿ ਇੱਕ ਦਰਖਤ ਸੀ, ਦਰਖਤ ਨੂੰ ਘੜ ਕੇ ਉਹਦਾ ਕਿੱਲਾ ਬਣਾਇਆ ਤੇ ਕਿੱਲਾ ਬਣਾ ਕੇ ਪਹਿਲੋਂ ਇਹ ਕਹਿਣਾ ਕੀਤਾ ਕਿ ਜਿਹੜਾ ਲਾੜਾ ਹੈ ਉਹ ਸਾਡੇ ਇਸ ਨਗਰ ਦੀ ਮਰਿਆਦਾ ਦੇ ਮੁਤਾਬਕ ਇਹ ਕਿੱਲਾ ਪੁੱਟ ਲਵੇਗਾ ਤੇ ਫਿਰ ਆਪਣੀ ਧੀ ਦਾ ਅਸੀਂ ਆਨੰਦ ਕਾਰਜ ਪਿੰਡ ਵਾਲੇ ਉਸ ਦੇ ਨਾਲ ਕਰਦੇ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਨੇ ਹੱਥ ਦੇ ਵਿੱਚ ਨੇਜਾ ਪਕੜਿਆ, ਘੋੜੇ ਤੇ ਅਸਵਾਰ ਹੋ ਕੇ ਘੋੜੇ ਨੂੰ ਅੱਡੀ ਲਾਈ। ਸਤਿਗੁਰੂ ਸਾਹਿਬ ਜੀ ਨੇ ਨੇਜਾ ਮਾਰਿਆ, ਉਸ ਦਰਖਤ ਦਾ ਜਿਹੜਾ ਕਿੱਲਾ ਘੜਿਆ ਹੋਇਆ ਸੀ ਉਸ ਦੇ ਵਿੱਚ ਸਮੇਤ ਜੜਾਂ ਦੇ ਉਹ ਜਿਹੜਾ ਦਰਖਤ ਸੀ ਉਸ ਨੂੰ ਪੁੱਟਤਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਮਾਰੇ ਕਹਿੰਦੇ ਮਾਓ ਨਗਰ ਵਾਲਿਓ, ਇਹ ਤੁਸੀਂ ਦਰਖਤ ਜਾਂ ਕਿੱਲਾ ਨਹੀਂ ਪਟਾਇਆ, ਆਪਣੀਆਂ ਜੜਾਂ ਪਟਾ ਲੀਆਂ ਆਪਣੇ। ਇਹ ਬਚਨ ਕਿਹਾ ਮਹਾਰਾਜ ਸਾਹਿਬ। ਫਿਰ ਕੁਛ ਮਾਤਾ ਗੰਗਾ ਜੀ ਨੇ ਹੱਥ ਜੋੜੇ ਤਾਂ ਸਤਿਗੁਰੂ ਨੇ ਕਿਹਾ ਕੋਈ ਨਹੀਂ ਭਾਗਵਾਨੇ, ਇਥੋਂ ਨਗਰ ਉਜੜੇਗਾ ਇੱਕ ਵਾਰ ਲੱਗੇ ਹੀ ਫੇਰ ਵਸ ਜਿੱਥੇ ਗੁਰਦੁਆਰਾ ਮਾਓ ਸਾਹਿਬ। ਇਵੇਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਦਾ ਆਨੰਦ ਕਾਰਜ ਫਿਰ ਪੜਾ ਦਰ ਪੜਾ ਸਤਿਗੁਰੂ ਸਾਹਿਬ ਜੀ ਦੇ ਨਾਵਾਂ ਦੇ ਨਾਲ ਹੀ ਇਹ ਆਨੰਦ ਕਾਰਜ ਹੋਇਆ। ਔਰ ਇਸ ਪਾਵਨ ਅਸਥਾਨ ਤੇ ਅੱਜ ਵਾਲੇ ਦਿਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਆਨੰਦ ਕਾਰਜ ਹੋਇਆ। ਬਾਬਾ ਹਰ ਜਸ ਜੋ ਸੁਪੀਖੀ ਗੋਤ ਦੇ ਖੱਤਰੀ ਸਨ, ਉਹਨਾਂ ਦੀ ਪੁੱਤਰੀ ਦੇ ਨਾਲ ਇਤਿਹਾਸ ਦੇ ਵਿੱਚ ਜ਼ਿਕਰ ਆਉਂਦਾ ਹੈ। ਭਾਈ ਹਰ ਜਸ ਨੇ ਇਹ ਬਚਨ ਕਿਹਾ ਸੀ ਵਿਸਾਖੀ ਵਾਲੇ ਦਿਨ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਕਿ ਮਹਾਰਾਜ ਮੇਰੇ ਚੰਗੇ ਕਰਮ ਹੋਣਗੇ ਜੇ ਮੇਰੀ ਧੀ ਤੁਹਾਡੇ ਸੁਪੁੱਤਰ ਦੀ ਘਰ ਵਾਲੀ ਬਣੇ। ਸਤਿਗੁਰੂ ਨੇ ਕਿਹਾ ਕੋਈ ਨਹੀਂ। ਦਿਨ ਮਿੱਥਿਆ ਕਿਹਾ ਮਹਾਰਾਜ ਇਸ ਦਿਨ ਲੈ ਕੇ ਆਇਓ ਬਰਾਤ। ਸਤਿਗੁਰੂ ਕਹਿੰਦੇ ਨਹੀਂ, ਇੱਥੇ ਹੀ ਅਸੀਂ ਗੁਰੂ ਕਾ ਲਾਹੌਰ ਵਸਾ ਦਿੰਨੇ। ਮਹਾਰਾਜ ਸਾਹਿਬ ਜੀ ਨੇ ਐਨ ਉਸੇ ਢੰਗ ਤਰੀਕੇ ਦੇ ਨਾਲ ਇਸ ਅਸਥਾਨ ਦੇ ਉੱਪਰ ਰੌਣਕਾਂ ਲਵਾਈਆਂ। ਮਹਾਰਾਜ ਆਪ ਜੀ ਨੇ ਸੁਣਿਆ ਇੱਥੇ ਕਈ ਦਿਨ ਰਹੇ। ਗੁਰਦੁਆਰਾ ਤਰਬੇਨੀ ਸਾਹਿਬ ਸਿੱਖ ਸੰਗਤ ਨੇ ਬੇਨਤੀ ਕੀਤੀ ਜੀ ਪਹਾੜੀ ਏਰੀਆ ਹੈ, ਪਾਣੀ ਬਹੁਤ ਜ਼ਿਆਦਾ ਇੱਥੇ ਘਾਟ ਹੈ। ਸਤਿਗੁਰੂ ਜੀ ਨੇ ਵਰਸ਼ਾ ਮਾਰਿਆ, ਪਾਣੀ ਦੀ ਇੱਕ ਜਿਹੜੀ ਫੁਆਰ ਸੀ ਉੱਥੋਂ ਫੁਟਾ ਦਿੱਤੀ। ਭਾਈ ਸੰਗੋ ਸਾਹ ਸਤਿਗੁਰੂ ਸਾਹਿਬ ਜੀ ਦੇ ਭੂਆ ਦਾ ਪੁੱਤਰ, ਬੀਬੀ ਵੀਰੋ ਜੀ ਦਾ ਪੁੱਤ, ਉਹਦੇ ਮਨ ਦੇ ਵਿੱਚ ਸੰਕਲਪ ਪੈਦਾ ਹੋਇਆ, ਕਹਿਣ ਲੱਗੇ ਕਿੱਡਾ ਕੁ ਵੱਡਾ ਕੌਤਕ ਹੈ, ਵਰਸ਼ਾ ਮਾਰਿਆ ਜਿੰਨੀ ਜੋ ਉਹਨਾਂ ਮਾਰਿਆ ਉਨੀ ਦੀ ਬੋਝੋ ਨਹੀਂ ਪੁੱਟਦਾ ਹੈ, ਇਹ ਤੇ ਮੈਨੂੰ ਕਹਿੰਦੇ ਮੈਂ ਪੁੱਟ ਦੇਣਾ ਸੀ। ਮਹਾਰਾਜ ਨੇ ਮਨ ਦਾ ਫੁਰਨਾ ਬੁੱਝਿਆ। ਸਤਿਗੁਰੂ ਦਸ਼ਮੇਸ਼ ਪਿਤਾ ਅੰਤਰਜਾਮੀ ਨੇ ਦੂਜੀ ਵਾਰ ਉੱਥੇ ਵਰਸ਼ਾ ਫੇਰ ਮਾਰਿਆ। ਮਹਾਰਾਜ ਕਹਿੰਦੇ ਭਾਈ ਸੰਗੋ ਸ਼ਾਹ ਵਰਸ਼ਾ ਪੁੱਟ ਤੇ ਸਹੀ। ਪੂਰਾ ਜ਼ੋਰ ਲਾ ਲਿਆ ਪਰ ਉਹ ਵਰਸ਼ਾ ਪੁੱਟਿਆ ਨਾ ਗਿਆ। ਸਤਿਗੁਰੂ ਸਾਹਿਬ ਜੀ ਨੇ ਸਹੀਲੇ ਸੌਖੇ ਤਰੀਕੇ ਦੇ ਨਾਲ ਹੀ ਉਹ ਵਰਸ਼ਾ ਪੁੱਟਾ। ਸੰਗਤ ਨੇ ਬੇਨਤੀ ਕੀਤੀ ਮਹਾਰਾਜ ਇੱਕ ਵਰਸ਼ਾ ਤੁਸੀਂ ਹੋਰ ਮਾਰੋ, ਸਾਨੂੰ ਤਰਬੇਨੀ ਦਾ ਖਹਿੜਾ ਛਡਾਓ, ਕਿਰਪਾ ਕਰੋ ਇੱਥੇ ਹੀ ਤਰਬੇਨੀ ਪ੍ਰਗਟ। ਸਤਿਗੁਰੂ ਨੇ ਸੰਗਤ ਦੀ ਬੇਨਤੀ ਕੀਤੀ ਤੇ ਤੀਸਰਾ ਵਰਸ਼ਾ ਉਹ ਮਾਰਿਆ। ਉਸ ਦੇ ਨਾਲ ਇਹ ਅਸਥਾਨ ਗੁਰਦੁਆਰਾ ਤਰਬੇਨੀ ਸਾਹਿਬ ਹੈ। ਔਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਹਾ ਸੀ ਸਿੱਖਾਂ ਨੂੰ ਹੁਣ ਤਰਬੇਨੀ ਦੇ ਵਿੱਚ ਜਾ ਕੇ ਨਦੀਆਂ ਨਾਲਿਆਂ ਚ ਨਹਾਉਣ ਦੀ ਲੋੜ ਨਹੀਂ। ਸਿੱਖ ਹੋਵੇਗਾ ਭਾਵਨਾ ਦੇ ਨਾਲ ਇੱਥੇ ਇਸ਼ਨਾਨ ਕਰੇਗਾ, ਤਰਬੇਨੀ ਨਾਲੋਂ ਕਈ ਗੁਣਾ ਵੱਧ ਮਹਾਤਮ ਉਸ ਨੂੰ ਪ੍ਰਾਪਤ ਹੋਵੇਗਾ। ਔਰ ਸਿੱਖੋ ਅਸੀਂ ਜਿਨ੍ਹਾਂ ਅਸਥਾਨਾਂ ਤੇ ਜਾਂਦੇ ਆ ਇੰਨੀਆਂ ਮੰਜ਼ਲਾਂ ਤੈਅ ਕਰਕੇ ਆਉਣੇ, ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਉਸ ਅਸਥਾਨ ਦੇ ਉੱਪਰ ਜਾਣ ਦਾ ਮਹਾਤਮ ਕੀ ਹੈ। ਤੁਹਾਨੂੰ ਕੋਈ ਪੁੱਛ ਹੀ ਲਵੇ ਵੀ ਗੁਰੂ ਕੇ ਲਾਹੌਰ ਗਏ ਸੀ, ਕੀ ਕਾਰਨ ਇੱਥੇ ਗੁਰਦੁਆਰਾ ਨਹੀਂ ਹੈ ਲਾਗੇ ਪਾਸੇ। ਕਈ ਕਹਿੰਦੇ ਨਾ ਮਨਮਤੀ ਵੀ ਪਿੰਡ ਵਾਲਾ ਗੁਰਦੁਆਰਾ ਵੀ ਉਹ ਜਿਹਾ ਏਡੀ ਦੂਰ ਕੀ ਲੈਣ ਗਏ ਸੀ, ਪਰ ਭਲਿਓ ਨਹੀਂ। ਇਹ ਸਤਿਗੁਰਾਂ ਦੀਆਂ ਪਵਿੱਤਰ ਚਰਨ ਛੋਹ ਕਰ ਕਮਲਾਂ ਦੇ ਨਾਲ। ਹਾਂ
ਸਤਿਗੁਰੂ ਸਾਹਿਬ ਜੀ ਦੇ ਸਰੂਪ ਦੇ ਵਿੱਚ ਕੋਈ ਫਰਕ ਨਹੀਂ, ਪਰ ਇਹਨਾਂ ਅਸਥਾਨਾਂ ਦੇ ਉੱਪਰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀਆਂ ਕੁਝ ਵਿਸ਼ੇਸ਼ ਰਹਿਮਤਾਂ ਸਾਡੇ ਜੀਵਨ ਦੇ ਵਿੱਚ ਭਾਵਨਾ ਹੈ ਕਿ ਸਾਡੇ ਪੰਥ ਪਿਤਾ ਦਾ ਜਿੱਥੇ ਆਨੰਦ ਕਾਰਜ ਹੋਇਆ ਹੈ ਉਹਨਾਂ ਆਨੰਦਾਂ ਕਾਰਜਾਂ ਦੇ ਵਿੱਚ ਅਸੀਂ ਸ਼ਮੂਲੀਅਤ ਕਰਨੀ। ਸੋ ਰਹੋ ਵਿਚਾਰ, ਇਹ ਜਿਹੜੀਆਂ ਪਵਿੱਤਰ ਲਾਵਾਂ ਇਤਿਹਾਸ ਦੇ ਵਿੱਚ ਜ਼ਿਕਰ ਆਉਂਦਾ ਹੈ, ਮਹਾਰਾਜ ਧੰਨ ਗੁਰੂ ਰਾਮਦਾਸ ਸਾਹਿਬ ਜੀ ਦੁੱਖ ਭੰਜਨੀ ਬੇਰੀ ਹੇਠਾਂ ਬੈਠੇ ਹੋਏ। ਇੱਕ ਸਿੱਖ ਆਇਆ ਜਿਹੜਾ ਗਰੀਬ ਸੀ, ਉਹਨੇ ਬੇਨਤੀ ਕੀਤੀ, ਮਹਾਰਾਜ ਪਰਿਵਾਰ ਦੇ ਵਿੱਚ ਮੇਰੇ ਜੰਝ ਆਉਣ ਵਾਲੀ ਹੈ ਤੇ ਮੈਂ ਬ੍ਰਾਹਮਣ ਨੂੰ ਕਿਹਾ ਵੀ ਮੇਰੀ ਪੁੱਤਰੀ ਦੇ ਫੇਰੇ ਕਰਾ ਦੇ। ਉਹ ਕਹਿੰਦਾ ਵੀ 23 ਰੁਪਏ ਲੱਗਣਗੇ, 30 ਮੋਹਰਾਂ ਦੇ ਨਾਲੋਂ ਘੱਟ ਨਹੀਂ ਲਵਾਂਗਾ, 1 ਪੈਸਾ ਹੈ। ਜੇ ਕਰਾਉਣੇ ਤੇਰੀ ਮਰਜ਼ੀ, ਨਹੀਂ ਤੇ ਜਿਹਦੇ ਕੋ ਮਰਜ਼ੀ ਆਪਣੇ ਫੇਰੇ ਕਰਾ। ਮਜਬੂਰੀ ਸੀ ਵਿਚਾਰੇ। ਉਹ ਮਹਾਰਾਜ ਧੰਨ ਗੁਰੂ ਰਾਮਦਾਸ ਸਾਹਿਬ ਜੀ ਦੇ ਪਾਸ ਆ, ਕਹਿਣ ਲੱਗਾ ਮਹਾਰਾਜ ਕਿਰਪਾ ਕਰੋ ਮੈਨੂੰ 50 ਜਿਹੜੀਆਂ ਮੋਹਰਾਂ ਨਾ ਦੇ ਦਿਓ। ਸਤਿਗੁਰੂ ਕਹਿਣ ਲੱਗੇ ਸਿੱਖਾ ਕੀ ਕਰਨੀ ਆ? ਅੰਤਰਜਾਮੀ ਸੀ। ਕਹਿਣ ਲੱਗੇ ਮਹਾਰਾਜ ਆਹ ਕਾਰਨ ਹੈ, ਮੈਂ ਗਰੀਬ ਸਿੱਖ ਹਾਂ, ਮੇਰੀ ਪੱਤ ਤੁਸੀਂ ਗੁਰੂ ਰੱਖਣ ਵਾਲੇ ਹੋ, ਮੇਰੀ ਪੁੱਤਰੀ ਦਾ ਆਨੰਦ ਕਾਰਜ ਹੈ, ਪਰ ਜਿਹੜਾ ਜਜਮਾਨ ਸੱਦਿਆ ਹੈ ਬ੍ਰਾਹਮਣ ਉਹ ਕਹਿੰਦੇ ਵੀ 30 ਮੋਹਰਾਂ ਤੋਂ 1 ਮੋਹਰ ਘੱਟ ਨਹੀਂ ਲੈਣੀ, 50 ਮੋਹਰਾਂ ਲੱਗਣੀਆਂ, ਸਾਰਾ ਜਿਹੜਾ ਵਿਆਹ ਕਾਰਜ ਹੈ ਉਹ ਸੰਪੰਨ ਹੋਗਾ। ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਕਹਿੰਦੇ ਕੋਈ ਗੱਲ ਨਹੀਂ, ਜੇ ਤੁਹਾਡੀ ਪੁੱਤਰੀ ਦਾ ਆਨੰਦ ਕਾਰਜ ਮੈਂ ਕਰਾਂ। ਤੇ ਉਸ ਸਿੱਖ ਨੂੰ ਕਹਿਣ ਲੱਗੇ ਸਿੱਖਾ ਤੈਨੂੰ ਕੋਈ ਇਤਰਾਜ਼ ਨਹੀਂ? ਸਿੱਖ ਦੇ ਅੱਖਾਂ ਦੇ ਵਿੱਚੋਂ ਹੰਝੂ ਭਰ ਆਏ, ਪ੍ਰੇਮ ਨਾਲ ਕਹਿਣ ਲੱਗਾ ਮਹਾਰਾਜ ਮੇਰੀ ਪੁੱਤਰੀ ਦੇ ਇਸ ਦੇ ਨਾਲੋਂ ਚੰਗੇ ਕਰਮ ਕੀ ਹੋ ਸਕਦੇ ਕਿ ਮੇਰਾ ਸਤਿਗੁਰੂ ਮੇਰੀ ਪੁੱਤਰੀ ਦੇ ਆਨੰਦ ਕਾਰਜ। ਤੇ ਉਸ ਵੇਲੇ ਧੰਨ ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਨੇ ਦੁੱਖ ਭੰਜਨੀ ਬੇਰੀ ਹੇਠਾਂ ਬੈਠ ਕੇ 4 ਲਾਵਾਂ ਸਤਿਗੁਰੂ ਸਾਹਿਬ ਜੀ ਨੇ ਮੁਖ ਤੋਂ ਉਚਾਰੀ। ਉਹ ਸੁਭਾਗ ਜੋੜੀ ਨੇ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਮੇਰੇ ਸਤਿਗੁਰੂ ਦੇ ਦੁਆਲੇ ਪ੍ਰਕਰਮਾ ਕੀਤੀ। ਤਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਸ ਦਿਨ ਤੋਂ ਬਚਨ ਕਿਹਾ ਕਿ ਅੱਜ ਤੋਂ ਸਿੱਖ ਨੂੰ ਬ੍ਰਾਹਮਣਾਂ ਦੇ ਮਗਰ ਜਾਣ ਦੀ ਲੋੜ ਨਹੀਂ, ਇੱਧਰ ਉੱਧਰ ਭੜਕਣ ਦੀ ਲੋੜ ਨਹੀਂ। ਜਿਹੜਾ ਮੇਰਾ ਸਿੱਖ ਹੈ ਅੱਜ ਤੋਂ ਉਹ 4 ਲਾਵਾਂ ਦਾ ਪਾਠ ਔਰ 4 ਪ੍ਰਕਰਮਾਂ ਕਰਕੇ ਆਪਣੇ ਜਿਹੜਾ ਵਿਆਹ ਕਾਰਜ ਹੈ ਉਸ ਨੂੰ ਸੰਪੰਨ ਕਰ ਸਕਦਾ ਹੈ। ਆਓ ਜਿਸ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹਨਾਂ ਪਵਿੱਤਰ ਲਾਵਾਂ ਦੀ ਬਾਣੀ ਦੇ ਵਿੱਚ ਸਿੱਖਿਆ ਦਿੱਤੀ ਹੈ, ਆਓ ਉਸ ਸਿੱਖਿਆ ਨੂੰ ਸਰਵਣ ਕਰਕੇ ਲਾਹਾ ਪ੍ਰਾਪਤ ਕਰੀਏ। ਸਤਿਗੁਰੂ ਦੇ ਬਖਸ਼ਿਸ਼ ਕੀਤੇ ਹੋਏ ਨਿਰਮਲ ਉਪਦੇਸ਼ ਨੂੰ ਸਰਵਣ ਕਰਨ ਤੋਂ ਪਹਿਲਾਂ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਹੀ ਮਹੱਲਾ ਚੌਥਾ। ਹਰ ਪਹਿਲੜੀ ਲਾਭ ਪਰਵਿਰਤੀ ਕਰਮ ਦਿਰੜਾਇਆ ਬਲ ਰਾਮ ਜੀਓ। ਗੁਰਸਿੱਖੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੇ ਵਿੱਚ 31 ਰਾਗ ਹਨ। ਇਹ ਕਿਉਂਕਿ ਅਸੀਂ ਸਿੱਖ ਹਾਂ ਸਾਨੂੰ ਪਤਾ ਹੋਣਾ ਚਾਹੀਦਾ ਹੈ 22 ਵਾਰਾਂ ਹਨ ਔਰ 22 ਵਾਰਾਂ ਦੇ ਵਿੱਚੋਂ 9 ਵਾਰਾਂ ਦੇ ਉੱਪਰ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਧੁਨੀਆਂ ਚੜਾਈਆਂ। ਉਹਨਾਂ 31 ਰਾਗਾਂ ਦੇ ਵਿੱਚੋਂ ਇੱਕ ਰਾਗ ਹੈ ਸੂਹੀ ਰਾਗ। ਸਿਆਣੇ ਔਰ ਦਾਨੇ ਜਿਹੜੇ ਰਾਗ ਦੇ ਗਿਆਤਾ ਹਨ ਉਹ ਇਹ ਗੱਲ ਕਹਿੰਦੇ ਕਿ ਇਸ ਰਾਗ ਨੂੰ ਦੁਪਹਿਰ 12 ਵਜੇ ਤੋਂ ਪਹਿਲੋਂ ਗਾਇਨ ਕੀਤਾ ਜਾ ਸਕਦਾ ਹੈ, ਬਾਅਦ ਦੇ ਵਿੱਚ ਨਹੀਂ। ਜਿਹੜਾ ਬਾਅਦ ਦੇ ਵਿੱਚ ਇਸ ਰਾਗ ਨੂੰ ਗਾਇਨ ਕਰਦਾ ਹੈ ਉਸ ਨੂੰ ਅਸਲ ਦੇ ਵਿੱਚ ਜਿਹੜੇ ਰਾਗੀ ਜਾਂ ਰਬਾਬੀ ਉਹ ਰਾਗੀ ਨਹੀਂ ਮੰਨਦੇ। ਔਰ ਪੁਰਾਤਨ ਆਦਿ ਕਾਲ ਤੋਂ ਸਮੇਂ ਤੋਂ ਸਿੱਖਾਂ ਦੇ ਜਿਹੜੇ ਆਨੰਦ ਕਾਰਜ ਸਨ ਉਹ ਅੰਮ੍ਰਿਤ ਵੇਲੇ ਸ੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਹੋਣਾ, ਉਸ ਤੋਂ ਉਪਰੰਤ ਆਨੰਦ ਕਾਰਜ ਹੋਣਾ। ਪਰ ਅੱਜ ਸਾਡੀ ਬਦਕਿਸਮਤੀ ਅਸੀਂ ਸ਼ਰਾਬਾਂ ਕਬਾਬਾਂ ਦੇ ਨਾਲ ਰਾਜੀ ਇੰਨੇ ਪੀਨੇ ਆ ਕਿ ਸਵੇਰ ਕੀ ਦੁਪਹਿਰ ਕੇ ਵੇਲੇ ਜਾਗ ਖੁੱਲਦੀ ਹੈ।
ਜਿਹੜੇ ਕੁਕਰਮਾਂ ਤੋਂ ਸਤਿਗੁਰੂ ਨੇ ਸਾਨੂੰ ਰੋਕਿਆ ਸੀ। ਮੈਂ ਇੱਕ ਅਦੀਬ ਦਾ ਬੜਾ ਸੋਹਣਾ ਬੋਲ ਪੜਿਆ, ਉਹ ਕਹਿੰਦਾ ਜਗ ਕਾਜ ਕੋ ਤਿਆਗ ਅਕਾਜ ਕਰੇ ਰਾਜ ਨ ਆਵਤ ਹੈ ਇਨ। ਇੱਕ ਰਾਂਡ ਬੁਲਾਏ ਨਚਾਵਤ ਹੈ ਧਨ ਔਰ ਧਾਮ ਲੁਟਾਵਨ। ਮਿਰਦੰਗ ਕਹੇ ਤ੍ਰਿਕ ਹੈ ਤ੍ਰਿਕ ਹੈ ਸੁਰ ਤਾਲ ਕਹੇ ਕਿनको किनको तब हाथ पसार के रांड कहे इनको इनको इनको। कहते किड्डा सोहना सिखा तेनू तेरे सतगुरु ने माहौल सर्जिया। विआह तो उपरंत एक कुड़माई की रस्म हुंदी है जिन्हों असी शगन की रस्म कहते हैं। उस वेले एक पासों झूठ बोलिया जाता है ते दूसरा जिहड़ा पासा है वह लोभ ते तुलदा। हुण तां असीं ज़्यादा सियाणे हो गए। पहलों कुड़ी दे पैसे लोग वट्टिया करदे, अज असीं मुंडे दे वट्टण लग पए। सतगुरु गुरु गोबिंद सिंह ने बचन भी कहा सी, कन्या देवै सिख को लेवै नहीं किश दाम, सोई मेरा सिख है पहुंचे मेरे ताम। कहंदे जिहड़ा मेरा सिख है ना ਉਹ ਆਪਣੀ ਧੀ ਦਾ ਰਿਸ਼ਤਾ ਸਿੱਖ ਦੇ ਨਾਲ ਕਰੇ ਤੇ ਉਹਦੇ ਪੈਸੇ ਨਾ ਬਣੇ। ਧੰਨ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਤੋਂ ਇਸ ਤੋਂ ਪਹਿਲੋਂ ਜਿਹੜਾ ਸ਼ਬਦ ਹੈ ਸਤਿਗੁਰੂ ਸਾਹਿਬ ਜੀ ਨੇ ਉਸ ਦੇ ਵਿੱਚ ਇੱਕ ਬਚਨ ਕਿਹਾ ਹੈ, ਸਤ ਸੰਤੋਖ ਘਰ ਭਾਓ ਕੁੜਮ ਕੁੜਮਾਈ ਆਇਆ ਬਲਰਾਮ। ਕਿਉਂਕਿ ਮੇਰੇ ਕੋਲ ਇੰਨਾ ਸਮਾਂ ਨਹੀਂ, ਭਾਈ ਸਾਹਿਬ ਜੀ ਆਪ ਜੀ ਨੂੰ ਦੱਸਣਗੇ ਵੀ ਸਤ ਤੇ ਸੰਤੋਖ ਇਹ ਕੀ ਚੀਜ਼ ਹੈ ਤੇ ਸਤਿਗੁਰੂ ਨੇ ਇਹਨਾਂ ਨੂੰ ਕੁੜਮਾਈ ਵੇਲੇ ਕਿਉਂ ਛੱਡਿਆ। ਕਿਉਂਕਿ ਇਹਨਾਂ ਤੋਂ ਕੋਲੋਂ ਹੀ ਮੈਂ ਸੁਣਿਆ ਹੈ, ਸਾਡੀ ਆਦਤ ਹੈ ਜਿੱਥੋਂ ਗਿਆਨ ਪ੍ਰਾਪਤ ਹੋਵੇ ਉੱਥੋਂ ਪੱਲੇ ਚ ਪਾ ਲੈ, ਤੇ ਇਹਨਾਂ ਕੋਲੋਂ ਹੀ ਮੈਂ ਸੁਣੀ ਸੀ ਇਹ ਵਿਚਾਰ ਤੇ ਇਹ ਤੁਹਾਨੂੰ ਦੱਸਣਾ। ਪਰ ਇੱਕ ਗੱਲ ਚੇਤੇ ਰੱਖਿਓ, ਅਸੀਂ ਝੂਠ ਦੇ ਪੁਲੱਥੇ ਬਣਦੇ ਆ, ਸਾਡੇ ਕੋਲ ਸੱਚ ਨਹੀਂ ਹੈ। ਕੁੜਮਾਈ ਵੇਲੇ ਸ਼ਗਨ ਵੇਲੇ ਦੱਸਦੇ ਕੁਝ ਹੋਰ ਹੁੰਦੇ ਆ, ਹੁੰਦਾ ਕੁਝ ਹੋਰ ਅਗਲੇ ਪਾਸੇ। ਆ ਪਿੱਛੇ ਹੀ ਇੱਕ ਗੁਰਸਿੱਖ ਲੜਕੀ ਸੀ, ਉਸ ਦਾ ਆਨੰਦ ਕਾਰਜ ਸੀ। 4 ਦਿਨ ਪਹਿਲਾਂ ਉਸ ਦੇ ਚਾਚੇ ਨੇ ਮੈਨੂੰ ਫੋਨ ਕੀਤਾ ਤੇ ਪਹਿਲੋਂ ਤਕਰੀਬਨ 2.5-3 ਮਹੀਨੇ ਹੋ ਗਏ ਸਨ। ਆ 20 ਤਰੀਕ ਨੂੰ ਸ਼ਗਨ ਸੀ ਉਹਨਾਂ ਦੇ ਘਰੇ ਤੇ 21 ਨੂੰ ਆਨੰਦ ਕਾਰਜ ਸੀ। ਅਸੀਂ ਸਾਰੇ ਹੀ ਸਤਿਕਾਰ ਦੇ ਨਾਲ ਹਜ਼ੂਰੀ ਰਾਗੀ ਸਿੰਘ ਸਾਹਿਬਾਂ ਨੂੰ ਬੇਨਤੀ ਕੀਤੀ, ਉਹਨਾਂ ਸਾਰਿਆਂ ਨੇ ਹਾਮੀ ਭਰੀ ਤੇ ਥੋੜੇ ਦਿਨ ਹੋਏ ਮੈਨੂੰ ਫੋਨ ਆਇਆ, ਕਹਿਣ ਲੱਗੇ ਜੀ ਉਹ ਆਨੰਦ ਕਾਰਜ ਕੈਂਸਲ ਹੋ ਗਿਆ। ਮੈਂ ਕਿਹਾ ਕੀ ਕਾਰਨ? ਕਹਿਣ ਲੱਗੇ ਕਾਰਨ ਇਹ ਹੋਇਆ ਵੀ ਦੱਸਿਆ ਤੇ ਗਿਆ ਕਿ ਜਿਹੜਾ ਮੁੰਡਾ ਹੈ ਉਹ ਪੱਕਾ ਨਿਤਨੇਮੀ ਹੈ। ਅਸਲ ਦੇ ਵਿੱਚ ਪੱਕਾ ਨਿਤਨੇਮੀ ਨਹੀਂ, ਉਹ ਪੱਕਾ ਨਸ਼ਈ ਹੈ। ਵੇਖੋ ਕਿੰਨਾ ਫਰਕ ਹੈ। ਸੱਤ ਵੇਖੋ ਤੇ ਦੂਸਰਾ ਸੰਤੋਖ। ਸੰਤੋਖ ਦੀ ਉਲਟ ਸਾਡੇ ਜੀਵਨ ਚ ਲੋਭ ਹੈ, ਔਰ ਲੋਭ ਇੰਨਾ ਪ੍ਰਬਲ ਹੈ ਲਾਵਾਂ ਦੇ ਉੱਪਰ ਐਨ ਖਲੋ ਕੇ ਕਹਿੰਦੇ ਆ ਵੀ ਜੇ ਸਾਨੂੰ ਆ ਚੀਜ਼ ਦਿੰਦੇ ਹੋ ਤੇ ਅਸੀਂ ਇਹ ਲਾਵਾਂ ਪੜਾਵਾਂਗੇ, ਨਹੀਂ ਤੇ ਇੱਥੋਂ ਹੀ ਸਾਡੀ ਵਾਪਸ ਜੰਨ ਜਾਵੇਗੀ। ਹੁੰਦਾ ਨਾ ਜੀ, ਤੁਸੀਂ ਸਾਰੇ ਇਹਨਾਂ ਕੰਮਾਂ ਦੇ ਵਿੱਚ ਸਾਡੇ ਨੂੰ ਜ਼ਿਆਦਾ ਵਿਚਰਦੇ ਹੋ। ਪਰ ਮਹਾਰਾਜ ਸਾਹਿਬ ਨੇ ਕਿਹਾ ਸਿੱਖ ਦੇ ਜੀਵਨ ਵਿੱਚ ਇਹ ਕਰਮ ਨਹੀਂ ਹੋਣਾ ਚਾਹੀਦਾ। ਜਦੋਂ ਤੂੰ ਸ਼ਗਨ ਲਾਉਣਾ ਹੈ, ਕੁੜਮਾਈ ਸ਼ਬਦ ਹੈ ਸਾਡੀ ਸੱਭਿਅਕ ਧਾਰਮਿਕ ਭਾਸ਼ਾ ਦੇ ਵਿੱਚ, ਸੱਭਿਅਕ ਭਾਸ਼ਾ 'ਚ ਸ਼ਗਨ ਕਿਹਾ ਗਿਆ। ਉਸ ਵੇਲੇ ਦੋ ਚੀਜ਼ਾਂ ਹੋਣ, ਸੱਤ ਤੇ ਸੰਤੋਖ, ਉਹ ਦੋਵੇਂ ਉੱਡ ਗਏ ਖੰਭ ਲਾ। ਉਸ ਸੰਤੋਖ, ਸੱਤ ਦੀ ਜਗ੍ਹਾ ਤੇ ਝੂਠ ਤੇ ਸੰਤੋਖ ਦੀ ਜਗ੍ਹਾ ਦੇ ਉੱਪਰ ਲੋਭ ਆ ਗਿਆ। ਤੇ ਅਸੀਂ ਕਹਿੰਦੇ ਸਾਡੇ ਘਰਾਂ 'ਚ ਸੁੱਖ ਨਹੀਂ। ਇੱਕ ਅਦੀਬ ਕਹਿੰਦਾ ਹੈ, ਸਮ ਸੰਤੋਖ ਨਾ ਔਰ ਸੁਖ। ਸਿੱਖਾ ਜੇ ਤੂੰ ਸੁੱਖ ਭਾਲਦਾ ਹੈ ਤੇ ਜੀਵਨ 'ਚ ਸੰਤੋਖ ਰੱਖੀ। ਤੇ ਉਹ ਅਦੀਬ ਕਹਿਣ ਲੱਗਾ ਜਿਹੜਾ ਕੰਮ ਇਹਨਾਂ ਦੇ ਗੁਰੂ ਨੇ ਇਹਨੂੰ ਕਿਹਾ ਸੀ ਉਹਨਾਂ ਨੂੰ ਛੱਡ ਹੀ ਦਿੱਤਾ। ਜਗ ਕਾਜ ਕੋ ਤਿਆਗ ਅਕਾਜ ਕਰ। ਕਾਜ ਦਾ ਹੁੰਦਾ ਜਿਹੜੇ ਕੰਮ ਕਰਨ ਵਾਲੇ, ਉਹ ਛੱਡ ਤੇ ਜਿਹੜੇ ਨਹੀਂ ਸੀ ਕਰਨੇ, ਸ਼ਰਾਬਾਂ ਪੀਣੀਆਂ, ਮਾਸ ਖਾਣਾ, ਉਹ ਤੇ ਬੋਲ ਸੁਣੇ ਨਹੀਂ ਜਾਂਦੇ, ਕੰਨ ਪੱਕਦੇ ਹਨ। ਜਿਹੜੇ ਬੋਲ ਅਸੀਂ ਇੱਕ ਦੂਜੇ ਦੇ ਉੱਪਰ ਸਪੀਕਰ ਵੱਡੇ ਲਾ ਕੇ ਤੇ ਆਪਣੇ ਜਿਹੜਾ ਪਿਓ ਹੈ ਉਹ ਧੀ ਵੱਲ ਉਂਗਲਾਂ ਕਰਕੇ ਨੱਚ ਰਿਹਾ ਹੈ, ਤੇ ਜਿਹੜੀ ਧੀ ਹੈ ਉਹ ਪਿਓ ਵੱਲ ਉਂਗਲਾਂ ਕਰਕੇ ਨੱਚ ਰਹੀ ਹੈ। ਪਤਾ ਨਹੀਂ ਪਿਓ ਕੀ ਕਹਿ ਰਿਹਾ, ਇਹ ਗੱਲ ਦਾ ਪਤਾ ਹੀ ਕਿਸੇ ਨੂੰ। ਇਹ ਬੇਸ਼ਰਮੀ ਦੀ ਹੱਦ ਹੁੰਦੀ ਹੈ, ਹੱਦ। ਇਹਦੇ ਨਾਲੋਂ ਵੱਡੀ
एक गल चेते रखियो, पुराने समय दे विच कहिंदे सन कि जेड़ा प्यो ते पुत इकट्ठा नशा करदे उहदे वर्गा पुत बशर्म कोई नहीं। धी दे सामने वाहिगुरू, प्यो दे सामने जेड़ी धी अपना सिर नंगा कर लैंदी है अपने वड्डे नूं, उहदे नालों बशर्म औरत कोई नहीं। ते अज की हो रहा है? उवें असीं कहने आ अपनी धी नूं असीं सुखी कर रहे हैं। सुखी गुरसिੱਖੋ काहदे कर रहे हैं? धर्म दराउण वेले कुकर्म कर रहे हैं। असीं अमृत छकदे आ, केशी इशनान करदे, सुच्चे कपड़े पहने, ये साडे गृहस्थिक धर्म है। साडे धर्म सतगुरु ने गुरबाणी दे विच भगत रसना दे द्वारा क्या, कबीर जो गृह करे तां धर्म कर। ते धर्म कर लग्या पता नहीं वो लहंगा किन्नियां ने पाया हुंदा, वो साडे गल च पाउंदे। असीं धर्म धारण लग्या कुकर्म करदे आ, तां साडी गुरसिੱਖੋ जिंदगी दुखी है। विद्वान कहंदा जग काज को त्याग अकाज करे, लाज ना आवत है। शर्म भी नहीं आउंदी। विद्वान कहंदे शर्म भी नहीं आउंदी इन्हां लोकां नूं, पता नहीं है क्यों। ते पुछया जी क्यों? इन्ने करड़े बचन। कह लगा एक रांड बुलाए नचावत है, धाने और धाम लुटा। एक वेसवा औरत, अज असीं पढ़े लिखे बन गए, उन्होंने डांसरां कह लग पे। सभ्यक भाषा दे विच उस नूं वेसवा औरत कहा जाता। सतगुरु गुरु ग्रंथ साहिब जी की पवित्र गुरबाणी दे विच धन गुरु अर्जन देव साहिब जी ने सिखां दे वास्ते वाहिगुरू परमात्मा के चरणों में बेनती की सी। कह लगे मेरे मोहन श्रवणी यह ना सुनाए, साकत गीत नाद धुन गावत, बोलत बोल। कह लगे परमात्मा मेरी बेनती है, मेरे सिखां दे कन्नां दे विच ओ लच्चर ओ भैड़े जिन्हां बोलां दा कोई अर्थ ना होवे वो कदी ना पैण। पर की पता सी इन्हां ने आप डीजे ला ला के आप तो सुनने लग गए, सत्ता पिंडां नूं नहीं ये सुण सकते। ये साडी माड़ी ते बदकिस्मती है। कह लगा एक रांड बुलाए नचावत, वेसवा औरत धन और धाम लुटावन को, अपने घर दी ते अपने धन दी इज्जत, घर दी इज्जत बर्बाद करन दे वास्ते ते धन खराब करन दे वास्ते उसने। अगला बोल ध्यान नाल सुनियो। कहंदे मृदंग कहे त्रिक है त्रिक, उत्ते जेड़ा तबला वज्जा ना वो कह लगा त्रिगाकार त्रिगाकार, ते जेड़ी किंगरी वजी वो कह लगी किन को किन्हां नूं लानतां पाई जा रहे हो मृदंग। तां उस वेले उस मृदंग ने त्रिग किया, किंगरी ने प्रश्न किया भी किन्हां नूं लानतां। तां उस वेले जेड़ी वेसवा औरत बाहां मार मार नचदी सी वो कह लगा तब हाथ पसार के रांड कहे इनको इनको इनको। कहंदे इन्हां बशर्मां नूं लानतां। जेड़ा गुरु दा सिद्धांत छड्ड के आप इतिहास नूं पढ़ के वेखो गुरसिੱਖੋ, महाराजा रणजीत सिंह जी बेशक बड़े धर्मी राजे सन, पर एक बार ही मोरा नाची का नाच वेख्या सी ते साडे श्री अकाल तख्त साहिब तो उसनूं तनखाइया करार दिता गया सी। ते असीं ते नित नाचवे ने, साडा की हशर होवेगा गुरु घर दे विच। ये सोचण वालियां गल्लां जिन्हां नूं असीं विचारदे ने। सतगुरु ने कहा दे लम्मी नदर ने। इस वास्ते समझिए, सियाणे बणीए, जिस दे नाल साडे जीवन दा ते परिवारां दा भला हो सके, परिवारां दे विच सुख आ सके। धन गुरु रामदास महाराज साहिब जी पवित्र लावा उचारण कर रहे, पर ये कहंदे हर पहलड़ी लाभ। असल दे विच जदों आपां किसी भी कोठे दे उपर चढ़ना है तो एक पौड़ी लाई जाती है। पौड़ी दे डंडे डंडे दे उपर चढ़ना पैंदा है। डंडा अगला स्टैप असीं कहने इन्नी उचाई ते चढ़ के इन्ने डंडे चढ़े। धर्म की दुनिया दे विच 7 डंडे धर्म दे मन्ने गए। जे धर्म की उचाई नूं किसी ने पहुंचना है, वो ग्रंथां दे विच लिखिया है, सोभ इच्छा सो विचारना तनु मानसा होए, सतवा पत असंग सख्त पदार्थ अभावनी सोए, तुरिया सप्तम भूमिका हे सिख एह निरतार। ये जेड़ा सतगुरु ने हुण पहली पौड़ी उचारी है शंतां दे विच है। 4 पौड़ियां हन। पहली पौड़ी दे विच महाराज सच्चे पातशाह जी ने सिख नूं प्रवृत्ति कर्म सिखाया। प्रवृत्ति कर्म का मतलब है शुभ इच्छा, धर्म का पहला डंडा।
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਪਹਿਲੀ ਲਾਭ ਪਹਿਲੀ ਪ੍ਰਕਰਮਾ ਸਿੱਖਾ ਜਦੋਂ ਤੂੰ ਸਤਿਗੁਰੂ ਦੀ ਕਰੇ ਤਾਂ ਇਹ ਚੇਤੇ ਰੱਖੀ ਕਿ ਜਿਹੜੀ ਸੋਭ ਇੱਛਾ ਹੈ, ਪ੍ਰਵਿਰਤੀ ਕਰਮ ਹੈ, ਉਹਨਾਂ ਨੂੰ ਜੀਵਨ ਦੇ ਵਿੱਚ ਦ੍ਰਿੜ ਕਰ ਲਾ ਤੇ ਕਹਿ ਹੇ ਅਕਾਲ ਪੁਰਖ, ਹੇ ਸਤਿਗੁਰੂ ਮੈਂ ਤੇਰੇ ਤੋਂ ਬਲਿਹਾਰ ਜਾਂਦਾ ਹਾਂ। ਬਾਣੀ ਬ੍ਰਹਮਾ ਵੇਦ ਧਰਮ ਦ੍ਰਿੜ ਹੋ, ਪਾਪ ਤਜਾਇਆ ਬਲ ਰਾਮ ਜੀਓ। ਮਹਾਰਾਜ ਸੋਭ ਇੱਛਾ ਕੀ ਹੈ, ਪ੍ਰਵਿਰਤੀ ਕਰਮ ਕੀ ਹੈ? ਦੋ ਪੱਖ ਨੇ, ਇੱਕ ਨਿਰਵਿਰਤ ਤੇ ਇੱਕ ਪ੍ਰਵਿਰਤ। ਕੀ ਹੈ ਪ੍ਰਵਿਰਤੀ ਪੱਖ, ਕੀ ਹੈ ਸ਼ੋਭ ਇੱਛਾ? ਧੰਨ ਗੁਰੂ ਰਾਮਦਾਸ ਸਾਹਿਬ ਜੀ ਕਹਿੰਦੇ ਬਾਣੀ ਬ੍ਰਹਮਾ ਵੇਦ ਧਰਮ ਦੇ। ਬ੍ਰਹਮਾ ਜੀ ਨੇ ਵੇਦਾਂ ਦੇ ਵਿੱਚ ਵੀ ਇਹ ਗੱਲ ਕਹੀ ਵੀ ਭਲਿਆ ਬੰਦਿਆ ਧਰਮ ਦੇ ਵਿੱਚ ਪੱਕਾ ਹੋ। ਯਾਦ ਰੱਖੀ, ਜਿਸ ਵੇਲੇ ਤੂੰ ਧਰਮ ਦੇ ਵਿੱਚ ਪੱਕਾ ਹੋਵੇਂਗਾ ਉਸ ਵੇਲੇ ਤੇਰੇ ਜੀਵਨ ਤੋਂ ਪਾਪ ਖਤਮ ਹੋਣਗੇ। ਪਾਪ ਤਜਾਇਆ, ਤਜਾਇਆ ਦਾ ਅਰਥ ਹੈ ਨਾਸ਼ ਹੋ ਜਾਣਗੇ, ਖਤਮ ਹੋ ਜਾਣਗੇ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਹੈ ਪਿਆਰੇ, ਰਾਮ ਦਾ ਅਰਥ ਹੁੰਦਾ ਹੈ ਪਿਆਰੇ, ਬਲ ਦਾ ਅਰਥ ਹੈ ਅਕਾਲ ਪੁਰਖ ਮੈਂ ਤੇਰੇ ਤੋਂ ਬਲਿਹਾਰੇ ਜਾਂਦਾ। ਜਿਨ੍ਹਾਂ ਨੇ ਜੀਵਨ ਦੇ ਵਿੱਚ ਧਰਮ ਦ੍ਰਿੜ ਕਰ ਲਿਆ ਉਹਨਾਂ ਨੇ ਜੀਵਨ ਦੇ ਵਿੱਚੋਂ ਪਾਪ ਤਿਆਗ ਹੀ ਦਿੱਤੇ, ਪਾਪ ਛੱਡ ਹੀ ਦਿੱਤੇ। ਐਵੇਂ ਕਹਿ ਲਈਏ ਕਿ ਪਾਪਾਂ ਦਾ ਬੋਝ ਉਹਨਾਂ ਦੇ ਸਿਰ ਦੇ ਉੱਪਰ ਰਿਹਾ ਹੀ ਨਹੀਂ ਹੈ ਜਿਨ੍ਹਾਂ ਨੇ ਜੀਵਨ ਦੇ ਵਿੱਚ ਧਰਮ ਦ੍ਰਿੜ ਕੀਤਾ ਹੈ, ਕਿਉਂਕਿ ਉਹਨਾਂ ਦੇ ਜੀਵਨ ਦੇ ਵਿੱਚ ਸ਼ੁਭ ਕਰਮ, ਚੰਗੇ ਕਰਮ, ਚੰਗੀ ਸੋਚ, ਕਦੀ ਕਿਸੇ ਦਾ ਬੁਰਾ ਭੈੜਾ ਸੋਚਦੇ ਹੀ ਨਹੀਂ ਹਨ। ਧਰਮ ਦ੍ਰਿੜ ਹੋ ਹਰ ਨਾਮ ਧਿਆਵੋ, ਸਿਮਰਿਤ ਨਾਮ ਦ੍ਰਿੜਾਇਆ। ਧੰਨ ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਕਹਿਣ ਲੱਗੇ ਸਿੱਖਾ ਵੇਦਾਂ ਚਾਰ ਵੇਦ ਹਨ, ਸ਼ਾਮ ਵੇਦ, ਜੋਜਰ, ਅਥਰਵਣ ਇਤਿਆਦਿ। ਸ਼ਾਮ ਵੇਦ ਦੇ ਵਿੱਚ ਵੀ ਇਹ ਗੱਲ ਕਹੀ ਗਈ, ਰਿਗ ਦੇ ਵਿੱਚ ਵੀ, ਜੁਜਰ ਦੇ ਅਥਰਵਣ ਦੇ ਵਿੱਚ ਵੀ ਕਿ ਸਿੱਖਾ ਧਰਮ ਦੇ ਵਿੱਚ ਪੱਕਾ ਰਹੇ। ਤਾਂ ਸਿਮਰਤੀਆਂ ਦੇ ਵਿੱਚ ਗੱਲ ਕਹੀ ਗਈ, ਮਹਾਰਾਜ ਕਹਿੰਦੇ ਸਿਮਰਤ ਨਾਮ ਦ੍ਰਿੜਾਇਆ। ਧਰਮ ਦ੍ਰਿੜ ਹੋ ਕੇ, ਧਰਮ ਦੇ ਵਿੱਚ ਪੱਕਾ ਹੋ ਕੇ ਮਾਨ ਨਾ ਕਰੀ, ਧਰਮ ਦੇ ਵਿੱਚ ਪੱਕਾ ਹੋ ਕੇ ਹਰ ਨਾਮ ਧਿਆਵੋ, ਪਰਮੇਸ਼ਰ ਦਾ ਨਾਮ ਜਪੋ। ਕਿਉਂਕਿ ਧਰਮੀ ਤਾਂ ਹੈ ਜੇ ਪਰਮੇਸ਼ਰ ਦਾ ਨਾਮ ਜਪਦਾ ਹੈ। ਜੇ ਆਪਣੇ ਧਰਮ ਦੇ ਵਿੱਚ ਪ੍ਰਪੱਕਤਾ ਚਾਹੁੰਦੇ ਜੀਵ ਤੇ ਪਰਮੇਸ਼ਰ ਦਾ ਨਾਮ ਜਪਣਾ ਅਤੀ ਜ਼ਰੂਰੀ ਹੈ। ਇਹ ਗੱਲ ਸਿਮਰਤੀਆਂ ਨੇ ਵੀ 27 ਸਿਮਰਤੀਆਂ ਹਨ ਭਾਰਤ ਵਰਸ਼ ਦੇ ਵਿੱਚ, ਸਨਾਤਨ ਮਤ ਦੇ ਵਿੱਚ, ਉਹਨਾਂ ਦੇ ਵਿੱਚ ਵੀ ਇਹ ਗੱਲ ਲਿਖੀ। ਗੁਰਬਾਣੀ ਦਾ ਇੱਕ ਮਹਾਂਵਾਕ ਹੈ, ਸਿਮਰਤ ਵੇਦ ਪੁਰਾਨ ਪੁਕਾਰਨ ਪੋਥੀਆਂ, ਨਾਮ ਬਿਨਾ ਸਭ ਕੂੜ ਗੱਲ ਹੀ ਹੋਸ਼ੀਆਂ। ਹੋਸ਼ੀ ਦਾ ਅਰਥ ਹੁੰਦਾ ਹੈ ਹੋਸ਼ਾ, ਹੌਲਾ। ਕਹਿੰਦੇ ਪਰਮੇਸ਼ਰ ਦੇ ਨਾਮ ਤੋਂ ਬਗੈਰ ਜੀਵਨ ਦੇ ਵਿੱਚ ਜਿੰਨੀਆਂ ਵੀ ਹੋਰ ਗੱਲਾਂ ਬਾਤਾਂ ਇਹ ਹੌਲੀਆਂ, ਇਹ ਗੱਲਾਂ ਸਿਮਰਤੀਆਂ ਵੇਦਾਂ ਔਰ ਪੁਰਾਣੇ ਨੇ। ਇਸ ਵਾਸਤੇ ਮਾਰੇ ਕਹਿੰਦੇ ਨਾਮ ਦ੍ਰਿੜ ਕਰਾਇਆ 27 ਸਿਮਰਤੀਆਂ ਨੇ ਵੇ। ਸਤਿਗੁਰ ਗੁਰ ਪੂਰਾ ਆਰਾਧੋ, ਸਭ ਕਿਲ ਵਿਖ ਪਾਪ ਗਵਾਇਆ। ਗੁਰੂ ਰਾਮਦਾਸ ਸਾਹਿਬ ਜੀ ਕਹਿੰਦੇ ਗੁਰਸਿੱਖਾ ਇਹ ਤੇ ਤੇਰੇ ਫਰਜ਼ ਹਨ ਜਿਹੜੇ ਨਿਭਾਉਣੇ ਆ, ਵੀ ਸੰਸਾਰ ਦੇ ਵਿੱਚ ਵਿਚਰਦਿਆਂ ਹੋਇਆਂ ਇਹ ਫਰਜ਼ ਨਿਭਾਈ, ਪਾਪ ਨਾ ਕਰੀ, ਨਾਲ ਧਰਮ ਦ੍ਰਿੜ ਕਰੀ, ਸਤਿਗੁਰ ਗੁਰ ਪੂਰਾ ਆਰਾਧ। ਆਰਾਧਨ ਦਾ ਅਰਥ ਹੁੰਦਾ ਹੈ, ਗੁਰਬਾਣੀ ਆਪ ਪੜ੍ਹਦੇ ਹੋ, ਅੰਤਰ ਗੁਰ ਆਰਾਧਨ। ਗੁਰੂ ਦੀ ਦਿੱਤੀ ਹੋਈ ਸਿੱਖਿਆ ਨੂੰ ਜੀਵਨ ਦੇ ਵਿੱਚ ਧਾਰਨਾ, ਇਹ ਗੁਰੂ ਦਾ ਆਰਾਧਨ ਕਰਨਾ। ਧੰਨ ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਕਹਿੰਦੇ ਜਦੋਂ ਪੂਰੇ ਗੁਰੂ ਦੀ ਦਿੱਤੀ ਹੋਈ ਸਿੱਖਿਆ ਨੂੰ ਆਪਣੇ ਜੀਵਨ ਦੇ ਵਿੱਚ ਵਸਾ ਲਵੇਂਗਾ, ਕਿਲ ਨਿਸ਼ਚੇ ਵਾਚਕ ਵਿਖ ਜ਼ਹਿਰ ਦੀ ਨਿਆਈ ਜਿਹੜੇ ਪਾਪ ਹਨ ਉਹ ਸਾਰੇ ਤੇਰੇ ਜੀਵਨ ਦੇ ਵਿੱਚੋਂ ਖਤਮ ਹੋ ਜਾਣਗੇ। ਸਹਿਜ ਆਨੰਦ ਹੋਆ ਵਡ ਭਾਗੀ, ਮਨ ਹਰ ਹਰ ਮੀਠਾ ਲਾਇਆ। ਸਹਿਜ ਦਾ ਅਰਥ ਹੁੰਦਾ ਹੈ ਸ਼ਾਂਤੀ, ਸੋਹਣਾ ਸੁਭਾਅ, ਜਿਸ ਸੁਭਾਅ ਦੇ ਵਿੱਚੋਂ ਕ੍ਰੋਧ ਤਿਆਗਿਆ ਜਾਂਦਾ ਹੈ। ਤੇ ਆਨੰਦ ਹੁੰਦਾ ਹੈ ਜੀਵਨ ਦੇ ਵਿੱਚ ਵਿਕਾਸ, ਖੇੜਾ।
ਜਿਹਨੂੰ ਮੇਰੇ ਗੁਰੂ ਨਾਨਕ ਦੇਵ ਜੀ ਨੇ ਕਿਹਾ, ਨਾਨਕ ਭਗਤਾ ਸਦਾ ਵਿਗਾਸ, ਉਹ ਆਨੰਦ, ਉਹ ਖੇੜਾ। ਜਿਹਨੂੰ ਗੁਰਬਾਣੀ ਨੇ ਕਿਹਾ, ਮਨ ਖਿੜਿਆ ਹਰਿਆ ਬਾਗ। ਜਿਵੇਂ ਬਸੰਤ ਰੁੱਤ ਦੇ ਵਿੱਚ ਬਾਗ ਖਿੜਦੇ ਨਾ, ਕਿੱਡੇ ਸੋਹਣੇ ਲੱਗਦੇ, ਐਵੇਂ ਗੁਰੂ ਕੇ ਸਿੱਖ ਦਾ ਜੀਵਨ ਖਿੜ ਜਾਂਦਾ ਹੈ ਜਦੋਂ ਉਹ ਗੁਰੂ ਦੀ ਸਿੱਖਿਆ ਜੀਵਨ ਦੇ ਵਿੱਚ ਵਸਾ ਲੈਂਦਾ, ਗੁਰੂ ਦੀ ਸਿੱਖਿਆ ਜੀਵਨ ਦੇ ਵਿੱਚ ਧਾਰ ਲੈਂਦਾ। ਵੱਡੇ ਭਾਗਾਂ ਵਾਲੇ ਹਨ ਉਹ ਜਿਨ੍ਹਾਂ ਦੇ ਜੀਵਨ ਦੇ ਵਿੱਚ ਸਹਿਜ ਤੇ ਆਨੰਦ ਦੀ ਪ੍ਰਾਪਤੀ, ਬਾਹਰੋਂ ਸ਼ਾਂਤੀ ਵਾਲਾ ਸੁਭਾਅ, ਹਿਰਦੇ ਦੇ ਵਿੱਚ ਵਿਗਾਸ ਹੈ, ਕਿਉਂਕਿ ਉਹਨਾਂ ਦੇ ਮਨ ਨੂੰ ਹਰੀ ਜੋ ਸਾਰਿਆਂ ਦੇ ਪਾਪਾਂ ਦਾ ਹਾਰਕ ਹੈ, ਹਰੀ ਜੋ ਚੰਗੇ ਗੁਣਾਂ ਨੂੰ ਜੀਵਨ ਦੇ ਵਿੱਚ ਹਰਿਆ ਭਰਿਆ ਕਰਨ ਵਾਲਾ ਹੈ, ਉਹ ਜੀਵਨ ਦੇ ਵਿੱਚ ਉਹਨਾਂ ਨੂੰ ਚੰਗਾ ਸੁਭਾਅ ਮਿੱਠਾ ਲੱਗਣ ਲੱਗ ਪਿਆ, ਪਿਆਰਾ ਲੱਗਣ ਲੱਗ ਪਿਆ ਹੈ। ਜਨ ਕਹਿ ਨਾਨਕ ਲਾਭ ਪਹਿਲੀ, ਆਰੰਭ ਕਾਜ ਰਚਾਇਆ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਾਸਾ ਭਾਵ ਹਿਰਦੇ ਵਿੱਚ ਧਾਰ ਕੇ ਕਹਿੰਦੇ, ਸਿੱਖਾ ਇਹ ਧਰਮ ਦੀ ਦੁਨੀਆ ਦੀ ਆਰੰਭਤਾ ਹੈ। ਕਿਹੜੀ ਮਹਾਰਾਜ? ਸਤਿਗੁਰੂ ਕਹਿੰਦੇ, ਜੀਵਨ ਚੋਂ ਪਾਪ ਛੱਡੋ। ਪਾਪ ਕੀ ਹੈ? ਕਿਸੇ ਦਾ ਵੀ ਬੁਰਾ ਨਾ ਚਿਤਵਨਾ ਮੰਨਦੇ, ਉਹ ਤਿਆਗ ਦੇਣਾ, ਕੇਵਲ ਸ਼ੋਭ ਇੱਛਾ, ਚੰਗੇ ਕਿਸੇ ਦਾ ਭਲਾ ਕਰਨਾ, ਮਾੜੇ ਨੂੰ ਪ੍ਰੇਮ ਦੇ ਨਾਲ ਸਮਝਾਉਣਾ। ਇਹ ਸਤਿਗੁਰੂ ਕਹਿੰਦੇ ਪਹਿਲੀ ਲਾਭ, ਪਹਿਲੀ ਪਰਿਕਰਮਾ ਕਰਦਿਆਂ ਹੋਇਆਂ ਇਹ ਜੀਵਨ ਦੇ ਵਿੱਚ ਦ੍ਰਿੜ ਕਰ ਲਈ। ਧਰਮ ਦੀ ਦੁਨੀਆ ਦੇ ਵਿੱਚ ਜੀਵਨ ਦੇ ਜਿਹੜੇ ਕਾਜ ਕਰਮ ਹਨ, ਸਮਝ ਲਈ ਵੀ ਤੂੰ ਆਰੰਭ ਕਰ ਲਏ ਹਨ। ਹਰ ਦੂਜੜੀ ਲਾਭ, ਸਤਿਗੁਰ ਪੁਰਖ ਮਿਲਾਇਆ, ਬਲ ਰਾਮ ਜੀਓ। ਸਤਿਗੁਰੂ ਕਹਿੰਦੇ ਹੁਣ ਦੂਸਰੀ ਪਰਿਕਰਮਾ ਕਰਦਿਆਂ ਹੋਇਆਂ ਇਹ ਮਨ ਦੇ ਵਿੱਚ ਸੋਚੀ। ਬਲ ਦਾ ਅਰਥ ਹੈ, ਇਹ ਅਕਾਲ ਪੁਰਖ ਮੈਂ ਤੇਰੇ ਤੋਂ ਬਲਿਹਾਰੇ ਜਾਨਾ ਪਿਆਰੇ ਜੀ। ਦੂਸਰੀ ਲਾਮ ਦੇ ਵਿੱਚ ਜਿਹੜਾ ਸੱਚਾ ਗੁਰੂ ਹੈ, ਸੱਚਾ ਗੁਰੂ ਪੁਰਖ ਪਰਮੇਸ਼ਰ ਨੂੰ ਮਿਲਾ ਦਿੰਦਾ ਹੈ। ਇਹ ਵਿਚਾਰ ਹੈ। ਦੂਸਰੀ ਧਰਮ ਦੀ ਪੌੜੀ ਹੈ ਜਿਸ ਨੂੰ ਕਹਿੰਦੇ ਸੋ ਵਿਚਾਰਨਾ। ਸੋ ਦਾ ਅਰਥ ਹੁੰਦਾ ਹੈ ਆਪਣੇ ਭਾਵ ਦੀ ਵਿਚਾਰ ਕਰਨਾ। ਇੱਕ ਧਾਰਮਿਕ ਗ੍ਰੰਥ ਹੈ ਵਿਦਾਤਕ, ਉਸ ਦੇ ਵਿੱਚ ਬਚਨ ਹੈ, ਕੋ ਹੰ ਕੋ ਸੰਸਾਰ। ਮੈਂ ਕੀ ਹਾਂ, ਸੰਸਾਰ ਕੀ ਹੈ, ਸੰਸਾਰ ਦੇ ਵਿੱਚ ਮੈਨੂੰ ਕਾਹਦੇ ਵਾਸਤੇ ਜਨਮ ਦੀ ਪ੍ਰਾਪਤੀ ਹੋਈ, ਇਹਨਾਂ ਗੱਲਾਂ ਦੀ ਵਿਚਾਰ ਕਰਨੀ। ਸਤਿਗੁਰੂ ਕਹਿੰਦੇ ਦੂਸਰੀ ਪਰਿਕਰਮਾ ਕਰਦਿਆਂ ਹੋਇਆਂ ਇਹ ਮਨ ਦੇ ਵਿੱਚ ਸੋਚਣਾ ਕਰੀ। ਨਿਰਭਉ ਭੈ ਮਨ ਹੋਏ, ਹਉਮੈ ਮੈਲ ਗਵਾਇਆ, ਬਲ ਰਾਮ ਜੀਓ। ਜੀਵਨ ਦੇ ਵਿੱਚ ਤੇਰੇ ਤਾਂ ਹੋਵੇਗੀ ਜਦੋਂ ਹਉਮੈ ਦੀ ਜਿਹੜੀ ਮੈਲ ਲੱਗੀ ਹੈ ਨਾ, ਹਉਮੈ ਦਾ ਅਰਥ ਹੁੰਦਾ ਹੈ ਹੰਗਤਾ ਤੇ ਮਮਤਾ, ਇਹਨਾਂ ਦੀ ਮੈਲ ਜੀਵਨ ਦੇ ਵਿੱਚੋਂ ਖਤਮ ਹੋ ਜਾਵੇਗੀ। ਉਸ ਵੇਲੇ ਤੇਰੇ ਜੀਵਨ ਦੇ ਵਿੱਚ ਨਿਰਭਉਤਾ ਆ ਜਾਵੇਗੀ, ਜਿਹਨੂੰ ਨਿਰਮਲ ਭਾਉ ਗੁਰੂ ਕੀ ਬਾਣੀ ਨੇ ਕਿਹਾ। ਜਿਹੜਾ ਭੈ ਦੇ ਸੰਯੁਕਤ ਮਨ ਸੀ ਉਹ ਮਨ ਹੁਣ ਨਿਰਭਉ ਹੋ ਗਿਆ ਹੈ। ਨਿਰਮਲ ਭਾਉ ਪਾਇਆ, ਹਰ ਗੁਣ ਗਾਇਆ, ਹਰ ਵੇਖੈ ਰਾਮ ਹਦੂਰੇ। ਨਿਰਮਲ ਭਾਉ, ਨਿਰਮਲ ਡਰ ਜੋ ਪਰਮੇਸ਼ਰ ਦਾ ਹੈ। ਨਾਨਕ ਜਿਨ ਮਨ ਭਾਉ ਤਿਨਾ ਮਨ ਭਾਉ। ਐਸੀ ਅਵਸਥਾ ਬਣ ਜਾਂਦੀ ਹੈ। ਪਰਮੇਸ਼ਰ ਨਾਲ ਪ੍ਰੇਮ, ਸਵਾਏ ਰੱਬ ਤੋਂ ਭੈ ਕਾਹੂ ਕੋ ਦੇਤ ਨਹਿ, ਨਹਿ ਭੈ ਮਾਨਤਾ। ਨਾ ਕਿਸੇ ਨੂੰ ਡਰ ਦੇਣਾ, ਨਾ ਕਿਸੇ ਕੋਲੋਂ ਡਰ ਲੈਣਾ, ਕਿਉਂਕਿ ਇਹ ਔਗਣ ਹੈ ਪਸ਼ੂਆਂ ਵਾਲਾ। ਪਸ਼ੂ ਬਿਰਤੀ ਉਸ ਨੂੰ ਕਿਹਾ ਜਾਂਦਾ। ਸੋ ਸੁਭਾਵਕ ਧੰਨ ਗੁਰੂ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਕਹਿੰਦੇ, ਜਦੋਂ ਪਰਮੇਸ਼ਰ ਦੇ ਗੁਣ ਗਾਏ, ਜੀਵਨ ਦੇ ਵਿੱਚ ਨਿਰਮਲ ਭਾਵ ਦੀ ਉਤਪੰਨਤਾ ਹੋਈ ਹੈ, ਫਿਰ ਹਰ ਜਗ੍ਹਾ ਦੇ ਉੱਪਰ ਵਾਹਿਗੁਰੂ ਪਰਮਾਤਮਾ ਨੂੰ ਰਮਿਆ ਜਾਣਿਆ ਹੈ। ਹਰ ਆਤਮ ਰਾਮ ਪਸਾਰਿਆ ਸੁਆਮੀ, ਸਰਬ ਰਹਿਆ ਭਰਪੂਰੇ। ਜਿਹੜਾ ਆਤਮਾ ਸੰਗਿਆ ਹੋ ਕਰਕੇ ਪਰਮਾਤਮਾ ਸਾਡੇ ਸਰੀਰ ਦੇ ਵਿੱਚ ਵਸ ਰਿਹਾ ਹੈ,
ਰਾਮ ਪਸਾਰਿਆ ਰਮਿਆ ਹੋਇਆ ਹੈ, ਉਸ ਦਾ ਪਸਾਰਾ ਹੈ ਇਹ ਸਾਰੀਆਂ ਹੀ ਜਗ੍ਹਾ ਦੇ ਉੱਪਰ ਆਪ ਵਸ ਰਿਹਾ ਹੈ। ਇਹ ਸਾਰਾ ਕੁਝ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਹਿੰਦੇ, ਕਹੂੰ ਫੂਲ ਰਾਜਾ ਹੋਵੇ ਬੈਠਾ, ਕਹੂੰ ਸਿਮਟ ਭਇਓ ਸੰਕਰੇ ਕੈਠ। ਆਖਰ ਤੇ ਕਿਹਾ, ਤੁਮਰਾ ਲਖਾ ਨਾ ਜਾਏ ਪਸਾਰਾ, ਕੇ ਵਿਦ ਸਜਾ ਪ੍ਰਥਮ ਸੰਸਾਰ। ਇਸ ਵਾਸਤੇ ਸਤਿਗੁਰੂ ਧੰਨ ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਕਹਿੰਦੇ, ਭਾਈ ਪ੍ਰਮਾਤਮਾ ਫਿਰ ਸਾਰੀਆਂ ਜਗ੍ਹਾ ਦੇ ਉੱਪਰ ਰਮਿਆ ਹੋਇਆ ਪ੍ਰਤੀਤ ਹੁੰਦਾ ਹੈ। ਅੰਤਰ ਬਾਹਰ ਹਰ ਪ੍ਰਭ ਏਕੋ, ਮਿਲ ਹਰ ਜਨ ਮੰਗਲ ਗਾਏ। ਜਦੋਂ ਪ੍ਰਮਾਤਮਾ ਦੇ ਪਿਆਰਿਆਂ ਦੇ ਨਾਲ ਮਿਲ ਕੇ ਉਸ ਪ੍ਰਮਾਤਮਾ ਦੇ ਗੁਣ ਗਾਏ, ਫਿਰ ਇਸ ਗੱਲ ਦਾ ਪਤਾ ਲੱਗ ਗਿਆ, ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਖੋਜੈ ਸੋ ਪਾਵੈ, ਪੀਪਾ ਪ੍ਰਣਵੈ ਪਰਮ ਤਤ ਹੈ ਸਤਿਗੁਰ ਹੋਏ। ਉਹਨਾਂ ਦੀ ਅਵਸਥਾ ਬਣ ਗਈ, ਬਾਹਰ ਢੂੰਡਣ ਤੇ ਛੂਟ ਪਰੇ, ਗੁਰ ਘਰ ਹੀ ਮਾਹੇ ਦਿਖਾਏ। ਉਹ ਕਹਿੰਦੇ, ਕਤ ਜਾਓ ਰੇ ਘਰ ਲਾਗੋ ਰੰਗ, ਮੇਰਾ ਚਿੱਤ ਨ ਚਲੇ ਮਨ ਭਇਓ ਪੰਗ। ਧੰਨ ਗੁਰੂ ਸਾਹਿਬ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਕਹਿੰਦੇ, ਅੰਤਰ ਸਰੀਰ ਦੇ ਵਿੱਚ, ਬਾਹਰ ਸੰਸਾਰ ਦੇ ਵਿੱਚ ਇੱਕੋ ਵਾਹਿਗੁਰੂ ਪ੍ਰਮਾਤਮਾ ਹੀ ਫਿਰ ਵਸ ਰਿਹਾ ਹੈ। ਤੇ ਉਸ ਪ੍ਰਮਾਤਮਾ ਦੇ ਪਿਆਰਿਆਂ ਦੇ ਨਾਲ ਮਿਲ ਕੇ ਮੰਗਲ ਗਾਏ, ਖੁਸ਼ੀਆਂ ਕੀਤੀਆਂ, ਜਸ ਗਾਇਆ ਹੈ। ਜਨ ਨਾਨਕ ਦੂਜੀ ਲਾਵ ਚਲਾਈ, ਅਨਹਦ ਸ਼ਬਦ ਵਜਾਏ। ਦਾਸਾ ਭਾਵ ਧਾਰ ਕੇ ਧੰਨ ਗੁਰੂ ਰਾਮਦਾਸ ਸਾਹਿਬ ਜੀ ਕਹਿੰਦੇ, ਜਦੋਂ ਵਾਹਿਗੁਰੂ ਪ੍ਰਮਾਤਮਾ ਨੇ ਕਿਰਪਾ ਕੀਤੀ, ਜੀਵਨ ਦੀ ਪਰਿਕਰਮਾ ਰੂਪੀ ਦੂਸਰੀ ਅਵਸਥਾ ਪ੍ਰਾਪਤ ਹੋਈ, ਤਾਂ ਇੱਕ ਰਸ ਸਰੀਰ ਦੇ ਵਿੱਚ ਵਾਜੇ ਵੱਜਣ ਲੱਗੇ। ਦੋ ਪ੍ਰਕਾਰ ਦੇ ਸ਼ਬਦ ਹੁੰਦੇ, ਇੱਕ ਆਹਤ ਸ਼ਬਦ ਤੇ ਇੱਕ ਅਨਾਹਤ ਸ਼ਬਦ। ਆਹਤ ਉਹ ਹੁੰਦੇ ਜਿਨ੍ਹਾਂ ਨੂੰ ਅਸੀਂ ਵਜਾਈਏ ਤੇ ਵੱਜਣ, ਜਿਵੇਂ ਕੈਂਸੀਆਂ ਹੁੰਦੀਆਂ, ਇਤਿਆਦਿਕ ਸਾਰੇ, ਢੋਲਕੀ, ਚਮਟੇ ਸਾਰੇ, ਇਹ 5 ਪ੍ਰਕਾਰ ਦੇ ਹੁੰਦੇ। ਅਨਾਹਤ ਸ਼ਬਦ ਉਹ ਹੁੰਦੇ, ਇੱਕ ਰਾਸੀ ਵੱਜੀ ਜਾਣੇ, ਕੋਈ ਵੀ ਸੁਰ ਨੱਪਣ ਦੀ ਲੋੜ ਨਾ ਪੈਣੀ, ਕੋਈ ਵੀ ਹੱਥ ਮਾਰਨ ਦੀ ਲੋੜ ਨਾ ਪੈਣੀ। ਉਹਨੂੰ ਗੁਰੂ ਕੀ ਬਾਣੀ ਵਿੱਚ ਕਿਹਾ, ਵਾਜੇ ਅਨਹਦ ਤੂਰ। ਇੱਕ ਰਸ ਉਹ ਤੂਰ ਸੰਗਿਆ ਵਾਲੇ ਜਿਹੜੇ ਵਾਜੇ ਜੀਵਨ ਦੇ ਵਿੱਚ, ਵਾਹਿਗੁਰੂ ਵਾਹਿਗੁਰੂ, ਜਿਹਨੂੰ ਭਾਈ ਗੁਰਦਾਸ ਜੀ ਨੇ ਕਿਹਾ, ਝਰਨਾ ਝਰਦਾ ਨਿਜਰੋ ਗੁਰਮੁਖ ਬਾਣੀ ਅਗੜ ਕਰਾਵੇ। ਜਿਵੇਂ ਇੱਕ ਰਸ ਝਰਨੇ ਚੋਂ ਪਾਣੀ ਚੱਲਦਾ ਰਹਿੰਦਾ ਹੈ ਨਾ ਗੁਰਸਿੱਖੋ, ਐਵੇਂ ਵਾਹਿਗੁਰੂ 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 ਦੀਆਂ ਧੁਨੀਆਂ ਆਉਂਦੀਆਂ ਹਨ। ਧੰਨ ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਕਹਿੰਦੇ, ਜਿਹੜੇ ਇਸ ਧਰਮ ਦੀ ਦੂਸਰੀ ਪੌੜੀ ਦੇ ਉੱਪਰ ਆਪਣਾ ਪੈਰ ਰੱਖ ਲੈਂਦਾ ਹੈ ਨਾ, ਉਸ ਨੂੰ ਇਹ ਅਵਸਥਾ ਦੀ ਪ੍ਰਾਪਤੀ ਹੁੰਦੀ ਹੈ। ਹਰ ਤੀਜੜੀ ਲਾਵ, ਮਨ ਚਾਉ ਭਇਆ ਬੈਰਾਗੀਆ ਬਲਰਾਮ ਜੀਓ। ਹੁਣ ਜਦੋਂ ਇੱਕ ਰਸ ਵਾਜੇ ਵੱਜਣ ਲੱਗ ਪਏ, ਫਿਰ ਜੀਵਨ ਦੀ ਤੀਸਰੀ ਅਵਸਥਾ ਬਣਦੀ ਹੈ, ਸ਼ੁਭ ਇੱਛਾ ਸੋ ਵਿਚਾਰਨਾ ਤਨੂ ਮਾਨਸਾ। ਤਨੂ ਮਾਨਸਾ ਹੁੰਦੀ ਹੈ ਪਰਮੇਸ਼ਰ ਦੇ ਦਰਸ਼ਨ ਕਰਨ ਦੀ ਇੱਛਾ, ਜਿਸ ਨੂੰ ਗੁਰੂ ਗ੍ਰੰਥ ਸਾਹਿਬ ਜੀ ਨੇ ਕਿਹਾ, ਕਬ ਪੇਖੋ ਪ੍ਰਭ ਆਪਣਾ ਆਤਮ ਕੈ ਰੰਗ, ਜਾਗਣ ਤੇ ਸੁਪਨਾ ਭਲਾ ਬਸੀਐ ਪ੍ਰਭ। ਕਿਹੜੇ ਤਰੀਕੇ ਦੇ ਨਾਲ ਉਸ ਪਰਮੇਸ਼ਰ ਦੇ ਦਰਸ਼ਨ ਹੋਣ। ਧੰਨ ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਕਹਿੰਦੇ, ਪਰਕਰਮਾ ਰੂਪੀ ਜਿਹੜੀ ਤੀਸਰੀ ਜੀਵਨ ਦੀ ਅਵਸਥਾ ਹੈ ਨਾ, ਉਸ ਦੇ ਵਿੱਚ ਇਹ ਬਖਸ਼ਿਸ਼ ਪ੍ਰਾਪਤ ਹੋ ਜਾਂਦੀ ਹੈ ਕਿ ਵਾਹਿਗੁਰੂ ਪ੍ਰਮਾਤਮਾ ਦੇ ਜਿਹੜੇ ਦਰਸ਼ਨ ਕਰਨ ਦੀ ਇੱਛਾ ਹੈ, ਉਹ ਪ੍ਰਾਪਤ ਹੋ ਜਾਂਦੀ। ਜਿਵੇਂ ਵਿਛੋੜੇ ਦਾ ਸੱਲ ਹੁੰਦਾ, ਉਹ ਲੱਭਦਾ ਫਿਰਦਾ ਹੈ ਨਾ, ਜਿਹੜੀ ਚੀਜ਼ ਵਿਛੜਦੀ ਹੈ, ਰੱਬ ਦੇ ਪਿਆਰੇ ਫਿਰ ਪਰਮੇਸ਼ਰ ਨੂੰ ਮਿਲਣ ਦੀ ਤਾਂਘ ਆਪਣੇ ਜੀਵਨ ਦੇ ਵਿੱਚ ਰੱਖਦੇ ਹਨ। ਸੰਤ ਜਨਾ ਹਰ ਮੇਲ, ਹਰ ਪਾਇਆ ਵੱਡ ਭਾਗੀਆ ਬਲ ਰਾਮ ਜੀਓ। ਸੰਤ ਜਨਾ ਹਰ ਮੇਲ, ਇੱਥੇ ਪਹਿਲਾ ਵਿਸ਼ਰਾਮ ਹੈ। ਪਰ ਇਹ ਇੱਛਾ ਪੂਰੀ ਕਿਵੇਂ ਹੋਈ? ਵਾਹਿਗੁਰੂ ਪ੍ਰਮਾਤਮਾ ਦੇ ਜਿਹੜੇ ਪਿਆਰੇ ਸਨ, ਉਹਨਾਂ ਦੀ ਸੰਗਤ ਦੇ ਵਿੱਚ ਬੈਠ ਕੇ। ਫਿਰ ਹਰ ਪਾਇਆ ਵੱਡ ਭਾਗੀਆ, ਪਰਮੇਸ਼ਰ ਕਿਵੇਂ ਪ੍ਰਾਪਤ ਹੋਇਆ? ਜਦੋਂ ਜਿਸ ਦਿਨ ਮੈਂ ਆਪਣੇ ਜੀਵਨ ਦੇ ਵਿੱਚੋਂ ਆਪਣੀ ਹਉਮੈ ਮਮਤਾ ਤਿਆਗ। ਗੁਰਬਾਣੀ ਦਾ ਬਚਨ ਹੈ, ਜਬ ਹਮ ਹੋਤੇ ਤਬ ਤੂੰ ਨਹੀਂ, ਅਬ ਤੂੰ ਹੀ ਮੈਂ ਨਹੀਂ, ਅਨਲ ਅਗਮ ਜੈਸੇ ਲਹਿਰ ਮੈਂ ਉਦਦ, ਜਲ ਕੇਵਲ ਜਲ। ਇਹ ਪੰਕਤੀ ਦੀ ਸੰਪੂਰਨ ਵਿਆਖਿਆ ਹੈ ਪੰਕਤੀ।
ਧੰਨ ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਕਹਿੰਦੇ ਉਸ ਵੇਲੇ ਵਾਹਿਗੁਰੂ ਪ੍ਰਮਾਤਮਾ ਦੇ ਪਿਆਰਿਆਂ ਦੀ ਸੰਗਤ ਮਿਲੀ, ਜੀਵਨ ਦੇ ਵਿੱਚੋਂ ਵੱਡ ਪੁਣੇ ਦਾ ਹੰਕਾਰ ਖਤਮ ਹੋਇਆ, ਫਿਰ ਵਾਹਿਗੁਰੂ ਪ੍ਰਮਾਤਮਾ ਨੂੰ ਪ੍ਰਾਪਤ ਕਰ ਲਿਆ। हे ਪਿਆਰੇ ਜੀ, ਤੁਹਾਡੇ ਤੋਂ ਬਲਿਹਾਰ ਜਾਂਦੇ ਹਾਂ। ਨਿਰਮਲ ਹਰ ਪਾਇਆ, ਹਰ ਗੁਣ ਗਾਇਆ, ਮੁਖ ਬੋਲੀ ਹਰ ਬਾਣੀ। ਉਹ ਉਜਲ ਪ੍ਰਮਾਤਮਾ ਦੀ ਪ੍ਰਾਪਤੀ ਹੋਈ ਜਦੋਂ ਉਸ ਦੇ ਗੁਣ ਗਾਉਣਾ ਕੀਤੇ। ਮੁਖ ਦੇ ਨਾਲ ਜਿਹੜੀ ਸੱਚੀ ਬਾਣੀ ਸੀ, ਗਾਵੋ ਸੱਚੀ ਬਾਣੀ ਜਿਸ ਨੂੰ ਕਿਹਾ ਗਿਆ ਹੈ, ਉਸ ਬਾਣੀ ਦਾ ਕਥਨ ਕੀਤਾ ਹੈ। ਸੰਤ ਜਨਾ ਵਡ ਭਾਗੀ ਪਾਇਆ, ਹਰ ਕਥਿਆ ਅਕਥ ਕਹਾਣੀ। ਸੰਤਾਂ ਦੀ ਸੰਗਤ ਦੇ ਨਾਲ ਜੀਵਨ ਦੇ ਵਿੱਚੋਂ ਵੱਡ ਪੁਣੇ ਦਾ ਹੰਕਾਰ ਖਤਮ ਕਰਕੇ ਪਰਮੇਸ਼ਰ ਦੀ ਪ੍ਰਾਪਤੀ ਹੋ ਗਈ। ਫਿਰ ਜਦੋਂ ਪ੍ਰਾਪਤੀ ਹੋ ਗਈ, ਫਿਰ ਉਹ ਕਹਿੰਦੇ ਆਵੋ ਸੰਤ ਪਿਆਰੇ ਹੋ, ਅਕਥ ਕੀ ਕਰੇ ਕਹਾਣੀ, ਕਰੇ ਕਹਾਣੀ ਅਕਥ ਕੇਰੀ ਕਿਤ ਦੁਆਰੇ ਪਈਐ। ਅਕਥ ਦੀਆਂ ਫਿਰ ਜਿਹੜੀਆਂ ਕਹਾਣੀਆਂ ਉਹਨਾਂ ਨੂੰ ਕਰਨਾ ਸ਼ੁਰੂ ਕੀਤਾ ਹੈ। ਹਿਰਦੈ ਹਰ 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 ਧੁਨ ਉਪਜੀ, ਹਰ ਜਪੀਐ ਮਸਤਕ ਭਾਗ ਜਿਉ। ਹਿਰਦੇ ਦੇ ਵਿੱਚ ਵਾਹਿਗੁਰੂ ਪ੍ਰਮਾਤਮਾ ਉਸ ਦੀ ਮਨ ਬਾਣੀ ਸਰੀਰ ਕਰਕੇ ਧੁਨੀ ਵਾਹਿਗੁਰੂ ਦੀ ਪ੍ਰਾਪਤ ਹੋਈ ਹੈ। ਵੱਡੇ ਭਾਗਾਂ ਦੇ ਨਾਲ ਉਸ ਪਰਮੇਸ਼ਰ ਨੂੰ ਜਪਿਆ ਹੈ। ਜਨ ਨਾਨਕ ਬੋਲੇ ਤੀਜੀ ਲਾਵੈ, ਹਰ ਉਪਜੈ ਮਨ ਬੈਰਾਗ ਜਿਉ। ਧੰਨ ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਕਹਿੰਦੇ ਇਸ ਜੀਵਨ ਦੀ ਅਵਸਥਾ ਧਰਮ ਦੀ ਦੁਨੀਆ ਵਿੱਚ ਜਿਹੜੀ ਤੀਸਰੀ ਪ੍ਰਕਰਮਾ ਹੈ, ਉਹ ਅਵਸਥਾ ਇਹ ਹੈ ਕਿ ਮਨ ਦੇ ਵਿੱਚ ਬੈਰਾਗ ਪ੍ਰਾਪਤ ਹੁੰਦਾ ਹੈ ਕਿ ਉਸ ਵਾਹਿਗੁਰੂ ਪ੍ਰਮਾਤਮਾ ਦੇ ਦਰਸ਼ਨ ਕਿਵੇਂ ਹੋਣ। ਹਰ ਚੌਥੜੀ ਲਾਭ, ਮਨ ਸਹਿਜ ਭਇਆ, ਹਰ ਪਾਇਆ ਬਲ ਰਾਮ ਜਿਉ। ਗੁਰਮੁਖੋ, ਇਹ ਜਿਹੜੀ ਅਵਸਥਾ ਇਸ ਨੂੰ ਸਤਵਾ ਪਤ ਕਿਹਾ ਜਾਂਦਾ। ਸਤਵਾ ਪਤ ਉਹ ਹੈ ਜਿੱਥੇ ਪਰਮੇਸ਼ਰ ਤੇ ਪਰਮੇਸ਼ਰ ਦੇ ਪਿਆਰੇ ਦੇ ਵਿੱਚ ਅਭੇਦਤਾ ਹੋਵੇ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਬਚਨ ਹੈ, ਇਹ ਬਿਦ ਕਰਤ ਤਪੱਸਿਆ ਭਇਓ ਦ્વੈ ਤੇ ਏਕ ਰੂਪ ਹੋਏ। ਇਸ ਅਵਸਥਾ ਨੂੰ ਸਤਵਾ ਪਤ ਦੀ ਅਵਸਥਾ ਕਿਹਾ ਜਾਂਦਾ ਹੈ। ਵਿਦਾਤਕ ਗ੍ਰੰਥਾਂ ਦੇ ਵਿੱਚ ਸਾਹਿਬ ਕਹਿੰਦੇ ਇਹ ਜਿਹੜੀ ਪ੍ਰਕਰਮਾ ਰੂਪੀ ਚੌਥੀ ਜਿਹੜੀ ਅਵਸਥਾ ਸੀ ਨਾ, ਉਸ ਦੇ ਵਿੱਚ ਜੀਵਨ ਦੇ ਵਿੱਚ ਗਿਆਨ ਦੀ ਪ੍ਰਾਪਤੀ ਹੋਈ, ਸਹਿਜ ਪ੍ਰਾਪਤ ਹੋਇਆ, ਪਰਮੇਸ਼ਰ ਨੂੰ ਪਾ ਲਿਆ ਹੈ। ਪਿਆਰੇ ਜੀ, ਗੁਰਮੁਖ ਮਿਲਿਆ ਸੁਭਾਏ, ਹਰ ਮਨ ਤਨ ਮੀਠਾ ਲਾਇਆ ਬਲ ਰਾਮ ਜਿਉ। ਸੁਭਾਵਕ ਹੀ ਉਸ ਪਰਮਾਤਮਾ ਨੂੰ ਪਾ ਲਿਆ। ਪਰਮਾਤਮਾ ਮਨ ਕਰਕੇ ਤਨ ਕਰਕੇ ਸਾਨੂੰ ਪਿਆਰਾ ਲੱਗਣ ਲੱਗ ਪਿਆ। हे ਪਿਆਰੇ, ਮੈਂ ਤੇਰੇ ਤੋਂ ਬਲ ਹਾਰਿਆ, ਆਪਣਾ ਜਿਹੜਾ ਬਲ ਹੈ ਉਸ ਨੂੰ ਹਾਰਦਾ ਹਾਂ, ਆਪਣੇ ਬਲ ਨੂੰ ਖਤਮ ਕਰਦਾ, ਤੇਰੀ ਸ਼ਰਨ ਦੇ ਵਿੱਚ ਪਿਆ ਹਾਂ। ਹਰ ਮੀਠਾ ਲਾਇਆ ਮੇਰੇ ਪ੍ਰਭ ਭਾਇਆ, ਅਨ ਦਿਨ ਹਰ ਲਿਵ ਲਾਈ। ਉਹ ਪ੍ਰਮਾਤਮਾ ਪਿਆਰਾ ਲੱਗਣ ਲੱਗ ਪਿਆ, ਭਾਉਣ ਲੱਗ ਪਿਆ। ਅਨ ਦਿਨ ਰਾਤ ਦਿਨ ਹੀ ਉਸ ਪਰਮੇਸ਼ਰ ਦੇ ਨਾਲ ਜਿਹੜੀ ਲੇਵ ਹੈ ਉਸ ਨੂੰ ਜੋੜਿਆ ਹੈ। ਮਨ ਚਿੰਦਿਆ ਫਲ ਪਾਇਆ ਸੁਆਮੀ, ਹਰ ਨਾਮ ਵੱਜੀ ਵਧਾਈ। ਮਨ ਇੱਛਤ ਫਲ ਪ੍ਰਾਪਤ ਹੁੰਦੇ ਤੇ ਮਨ ਦੇ ਵਿੱਚ ਜਿਹੜੀ ਵਧਾਈ ਹੈ, ਖੁਸ਼ੀ ਹੈ, ਮਨ ਚਾਹੋ ਭਇਆ, ਉਸ ਅਵਸਥਾ ਦੀ ਪ੍ਰਾਪਤੀ ਹੋਈ ਹੈ। ਉਸ ਅਵਸਥਾ ਦੇ ਅਭਿਮਾਨੀ ਬਣੇ ਹਾਂ। ਹਰ ਪ੍ਰਭ ਠਾਕੁਰ ਕਾਜ ਰਚਾਇਆ, ਧਨ ਹਿਰਦੈ ਨਾਮ ਵਿਗਾਸੀ। ਵਾਹਿਗੁਰੂ ਪ੍ਰਮਾਤਮਾ ਨੇ ਇਸ ਸੰਜੋਗ ਦਾ ਜਿਹੜਾ ਸੁਭਾਅ ਹੈ ਜਾਂ ਜਿਹੜਾ ਸੰਜੋਗ ਦਾ ਸਾਰਾ ਕਰਮ ਸੀ, ਇਹ ਪ੍ਰਮਾਤਮਾ ਨੇ ਆਪ ਹੀ ਕਰਨਾ। ਧਨ ਹਿਰਦੈ ਨਾਮ ਵਿਗਾਸੀ, ਪਰਮੇਸ਼ਰ ਦੀ ਪ੍ਰਾਪਤੀ ਕਰਕੇ, ਜਿਵੇਂ ਕਿ ਇਸਤਰੀ ਨੂੰ, ਪਤੀ ਬ੍ਰਤਾ ਧਰਮ ਵਾਲੇ ਨੂੰ, ਉਹਨੂੰ ਆਪਣਾ ਪਤੀ ਪ੍ਰਾਪਤ ਹੁੰਦਾ ਹੈ, ਕਿੰਨੀ ਖੁਸ਼ੀ ਹੁੰਦੀ। ਐਵੇਂ ਜੀਵ ਰੂਪੀ ਇਸਤਰੀ ਨਾਮ ਕਰਕੇ ਉਸ ਦੇ ਜੀਵਨ ਦੇ ਵਿੱਚ ਵਿਗਾਸ, ਆਨੰਦ, ਖੇੜੇ ਦੀ ਪ੍ਰਾਪਤੀ ਹੋਈ ਹੈ। ਜਨ ਨਾਨਕ ਬੋਲੇ ਚੌਥੀ ਲਾਵੈ, ਹਰ ਪਾਇਆ ਪ੍ਰਭ ਅਵਿਨਾਸੀ। ਧੰਨ ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਪਾਵਨ ਸ਼ਬਦ ਦੀ ਸੰਪੂਰਨਤਾ ਕਰਦੇ ਹੋਏ ਬਚਨ ਕਹਿੰਦੇ ਹਨ, ਦਾਸਾ ਭਾਵ ਧਾਰ ਕੇ ਕਿ ਚੌਥੀ ਅਵਸਥਾ ਜੀਵਨ ਦੀ ਇਹ ਹੈ ਕਿ ਉਹ ਹਰੀ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਉਸ ਦੀ ਪ੍ਰਾਪਤੀ ਹੋ ਜਾਏ।
ਇਹ ਸਤਿਗੁਰੂ ਸਾਹਿਬ ਜੀ ਨੇ ਕਿਰਪਾ ਕਰਕੇ 4 ਲਾਵਾਂ ਦੇ ਦੁਆਰਾ ਉਪਦੇਸ਼ ਬਖਸ਼ਿਆ। ਕਿਉਂਕਿ ਗੁਰਸਿੱਖੋ ਤਕਰੀਬਨ 5-7 ਮਿੰਟ ਵੱਧ ਲੱਗ ਗਏ, ਮੈਂ ਮੁਆਫੀ ਮੰਗਦਾ ਹਾਂ ਕਿਉਂਕਿ 10 ਸਾਲ ਦਾ ਵਿਦਿਆਰਥੀ ਹੈ। ਇਸ ਦੇ ਕਾਰਨ ਗੁਰਬਾਣੀ ਦਾ ਇੱਕ ਅਰਥ ਵੀ ਛੱਡਿਆ ਜਾਵੇ ਨਾ, ਉਹਦੇ ਵਰਗਾ ਪਾਪੀ ਬੰਦਾ ਕੋਈ ਨਹੀਂ ਹੁੰਦਾ। ਤੇ ਸੁਭਾਵਕ ਸ਼ਬਦ 4 ਪੌੜੀਆਂ ਇੱਕ ਅੰਗ ਦਾ ਸ਼ਬਦ ਸੀ। ਇਸ ਵਾਸਤੇ ਗੁਰਮੁਖਾਂ ਦੇ ਪਾਸੋਂ, ਜਥੇ ਦੇ ਪਾਸੋਂ ਵੀ ਮੈਂ ਮੁਆਫੀ ਮੰਗਦਾ ਹਾਂ। ਸਤਿਗੁਰੂ ਕਿਰਪਾ ਕਰਨ, ਗੁਰੂ ਦਾ ਉਪਦੇਸ਼ ਸਾਡੇ ਜੀਵਨ ਦੇ ਵਿੱਚ ਵਸੇ। ਆਪ ਸਰਬੱਤ ਸੰਗਤਾਂ ਨੂੰ ਸਤਿਗੁਰੂ ਦੇ ਵਿਆਹ ਪੁਰਬ ਦੀਆਂ ਲੱਖ ਲੱਖ ਵਧਾਈਆਂ। 2 ਪੰਕਤੀਆਂ ਪੜ੍ਹ ਕੇ ਸਮਾਪਤੀ ਹੈ। 10 ਪਾਸੋਂ ਵਿਚਾਰ ਕਰਦੇ ਹਾਂ, ਹੋਈਆਂ ਪੁੰਨਾਂ ਦੀ ਮੁਆਫੀ ਅੱਗੇ ਤੋਂ ਸੁਮਤ ਬਖਸ਼ਣੀ। ਹਰ ਪ੍ਰਭ ਠਾਕੁਰ ਕਾਜ ਰਚਾਇਆ, ਧਨ ਹਿਰਦੈ ਨਾਮ ਵਿਗਾਸੀ। ਜਨ ਨਾਨਕ ਬੋਲੇ ਚੌਥੀ ਲਾਵੈ, ਹਰ ਪਾਇਆ ਪ੍ਰਭ ਅਵਿਨਾਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Shiva Prabhu, Shiva